ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਪੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤਿ ਅਰਜੁਨ ਮਾਹਿ ਧਰੀ। ਰਾਮਦਾਸ ਗੁਰੂ ਜਗ ਤਾਰਨ ਕਉ, ਗੁਰ ਜੋਤਿ ਅਰਜੁਨ ਮਾਹਿ ਧਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਅਕਥ ਕਥਾ ਵਿਚਾਰ, ਗੁਰਮੁਖ ਨਿਭੈ ਸਪਰਵਾਰ। ਗੁਰਮੁਖ ਜਪੀਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਆਚਾਰ। ਸਬਦ ਭੇਦ ਜਾਣੈ ਜਾਰਾਈ, ਨਾਨਕ ਹਉਮੈ ਜਾਰ ਸਮਾਈ। ਗੁਰਮੁਖ ਅਕਥ ਕਥਾ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਅਤਿ ਪਾਵਨ ਭਗਤ ਵਤਸਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਵੇਦ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਰ ਰੋਜ਼ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿਤਨੇਮ ਜਾਪ ਹੋਏ, ਉਪਰੰਤ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ ਹਨ। ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਸਿੱਧ ਗੋਸ਼ਟ ਬਾਣੀ ਦੁਆਰਾ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਜੋ ਸਿੱਧਾਂ ਨੂੰ ਜਾ ਕਰਕੇ ਮਿਲਦੇ ਹਨ ਸੁਮੇਰ ਪਰਬਤ ਦੇ ਉੱਤੇ ਅਤੇ ਹੋਰ ਵੀ ਵੱਖ-ਵੱਖ ਥਾਵਾਂ ਤੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਆਉਂਦਾ ਹੈ, ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਸਿੱਧ ਗੋਰ ਖਾਦ ਮਾਣੇ ਅੰਦਰ ਗਣਤੀ ਵਰਤਾਈ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਸੁਮੇਰ ਪਰਬਤ ਤੇ ਜਾਣ ਦਾ, ਅਚਲ ਵਟਾਲੇ ਜਾਣ ਦਾ, ਇਹ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚ ਵੀ ਕਥਨ ਹੈ, ਇਤਿਹਾਸ ਵਿੱਚ ਵੀ ਕਥਨ ਹੈ। ਕਈ ਥਾਵਾਂ ਦੇ ਉੱਤੇ ਸਿੱਧ ਮਹਾਰਾਜ ਸਾਹਿਬ ਜੀ ਨੂੰ ਮਿਲਦੇ ਰਹੇ ਤੇ ਸਿੱਧਾਂ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤੇ, ਮਹਾਰਾਜ ਨੇ ਜਵਾਬ ਦਿੱਤੇ, ਉਹਨਾਂ ਦੇ ਪ੍ਰਸ਼ਨ ਗੁਰੂ ਜੀ ਦੇ ਉੱਤਰ। ਤਾਂ ਫਿਰ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬਾਬਾ ਲਹਿਣਾ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਜੋ ਆਪ ਜੀ ਨੂੰ ਸਿੱਧਾਂ ਨੇ ਸਵਾਲ ਕੀਤੇ, ਆਪ ਜੀ ਨੇ ਜਵਾਬ ਦਿੱਤੇ। ਸਿੱਧਾਂ ਨਾਲ ਜੋ ਆਪ ਜੀ ਦੀ ਗਿਆਨ ਵਿਚਾਰ ਹੋਈ ਹੈ, ਸਿੱਧ ਗੋਸ਼ਟ ਹੋਈ ਹੈ, ਆਪ ਕਿਰਪਾ ਕਰਕੇ ਮਹਾਰਾਜ ਦੱਸੋ। ਤਾਂ ਗੁਰੂ ਸਾਹਿਬ ਜੀ ਨੇ ਫਿਰ 73 ਪੌੜੀਆਂ ਵਾਲੀ ਬਾਣੀ, ਸਿੱਧ ਗੋਸ਼ਟ ਬਾਣੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਉਚਾਰਨ ਕੀਤੀ ਔਰ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਦੱਸਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਬਾਬਾ ਲਹਿਣਾ ਜੀ, ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਜੋ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਆਪ ਜੀ ਦੀ ਸੇਵਾ 'ਚ ਹਾਜ਼ਰ ਸਨ, ਕਿ ਸਿੱਧਾਂ ਨੇ ਸਾਨੂੰ ਆਹ ਸਵਾਲ ਕੀਤੇ, ਇਸ ਸਿੱਧ ਨੇ ਆਹ ਸਵਾਲ ਕੀਤਾ, ਉਹਦਾ ਉੱਤਰ ਦਿੱਤਾ। ਤਾਂ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦੁਆਰਾ ਭਾਵੇਂ ਸਿੱਧਾਂ ਦੇ ਸਵਾਲ ਆ, ਪਰ ਇਹਨਾਂ ਦੇ ਵਿੱਚ ਬਹੁਤ ਵੱਡਾ ਮਹਾਰਾਜ ਸਾਹਿਬ ਜੀ ਨੇ ਗਿਆਨ ਬਖਸ਼ਿਆ। ਪਰਥਾਏ ਤਾਂ ਸਿੱਧਾਂ ਦੇ ਆ, ਸਿੱਧਾਂ ਨੂੰ ਮਹਾਰਾਜ ਨੇ ਸੰਬੋਧਨ ਹੋ ਕਰਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਪਰ ਇਹ ਸਿੱਖਿਆ ਸਾਰੇ ਜਹਾਨ ਵਾਸਤੇ ਸਾਂਝੀ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਸਾਰੇ ਜਹਾਨ ਵਾਸਤੇ ਇਹ ਸਾਂਝੀ ਸਿੱਖਿਆ ਹੈ। ਤੋ ਅੱਜ ਜਿਸ ਪੌੜੀ ਦਾ ਅਸੀਂ ਪਾਠ ਸਰਵਣ ਕੀਤਾ ਹੈ, ਇਹ ਸਿੱਧ ਗੋਸ਼ਟ ਬਾਣੀ ਦੀ 69ਵੀਂ ਪੌੜੀ ਹੈ। ਤਾਂ ਇਹ ਲੜੀਵਾਰ ਰੂਪ ਵਿੱਚ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਵੀ ਆਪਾਂ ਸਾਂਝੀ ਕਰਦੇ ਹਾਂ। ਤੇ ਨਾਲੇ ਸਾਧ ਸੰਗਤ ਜੀ, ਕੱਲ੍ਹ ਨੂੰ 3 ਤਰੀਕ ਹੈ ਔਰ ਕੱਲ੍ਹ ਨੂੰ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ। ਨਾਲ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਗਰੀਬ ਨਵਾਜ਼, ਜਿਨ੍ਹਾਂ ਨੂੰ ਭੱਟ ਸਾਹਿਬਾਨਾਂ ਨੇ ਆਖਿਆ ਹੈ, ਹੁਣੇ ਹੀ ਭਾਈ ਸਾਹਿਬ ਕੀਰਤਨ ਦੇ ਰਾਹੀਂ ਸ਼ਬਦ ਸਰਵਣ ਕਰਵਾ ਰਹੇ ਸੀ, ਕਲਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲੱਗ ਬੇਤਰ ਹੋ। ਤਾਂ ਪਿਛਲੇ 2 ਦਿਨਾਂ ਵਿੱਚ ਵੀ ਆਪਾਂ ਮਹਾਰਾਜ ਦੇ ਇਤਿਹਾਸ ਵਿੱਚੋਂ ਹੀ ਕੁਝ ਵਿਚਾਰਾਂ ਨਾਲ ਨਾਲ ਸਾਂਝੀਆਂ ਕੀਤੀਆਂ। ਗੁਰੂ ਜੀ ਦੇ ਬੇਅੰਤ ਗੁਣ ਹਨ, ਬੇਅੰਤ ਪਰਉਪਕਾਰ, ਬੇਅੰਤ ਵਡਿਆਈ ਹੈ। ਸਾਰੇ ਕਥਨ ਨਹੀਂ ਕੀਤੇ ਜਾ ਸਕਦੇ, ਪਰ ਫਿਰ ਵੀ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ, ਸਤਿਗੁਰਾਂ ਦੇ ਸਾਰੇ ਗੁਣ ਤਾਂ ਕੋਈ ਗਾ ਨਹੀਂ ਸਕਦਾ, ਸਾਰੇ ਗੁਣਾਂ ਦਾ ਕੋਈ ਕਥਨ ਨਹੀਂ ਕਰ ਸਕਦਾ, ਪਰ ਗੁਣ ਇਸ ਕਰਕੇ ਗਾਉਣੇ ਤੇ ਸੁਣਨੇ ਆ। ਗਾਉਣ ਤੇ ਸੁਣਨ ਦੇ ਨਾਲ ਪਾਪ ਘਟਦੇ ਆ ਤੇ ਜੀਵ ਦਾ ਭਲਾ ਹੁੰਦਾ ਹੈ, ਕਲਿਆਣ ਹੁੰਦੀ ਹੈ। ਗੁਣਾਂ ਦਾ ਅੰਤ ਲੈਣ ਵਾਸਤੇ ਥੋੜ੍ਹਾ ਗੁਣ ਗਾਉਣੇ, ਗੁਣ ਤਾਂ ਮਹਾਰਾਜ ਕਹਿੰਦੇ ਇਸ ਕਰਕੇ ਗਾਉਣੇ ਆ ਵੀ ਸਾਡਾ ਉਧਾਰ ਹੋ ਜਾਵੇ, ਮਹਾਰਾਜ ਦਾ ਜਸ ਕਰਕੇ, ਗੁਰੂ ਸਾਹਿਬ ਜੀ ਦਾ ਨਾਮ ਲੈ ਕਰਕੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਧ ਰਹੈ ਸੁਣਤੇ ਉਧ ਰਹੈ,
ਬਿਨ ਸਹਿ ਪਾਪ ਕਨੇਰੇ। ਗਾਉਣ ਵਾਲਿਆਂ ਦਾ ਵੀ ਉਧਾਰ ਹੁੰਦਾ ਹੈ ਤੇ ਵਾਹਿਗੁਰੂ ਜੀ ਦੇ ਗੁਣ ਸੁਣਨ ਵਾਲਿਆਂ ਦਾ ਵੀ ਉਧਾਰ ਹੁੰਦਾ ਹੈ, ਕਿਉਂਕਿ ਬਿਨ ਸਹਿ ਪਾਪ ਕਨੇਰੇ, ਬਹੁਤੇ ਪਾਪ ਬਿਨਸ ਜਾਂਦੇ, ਖਤਮ ਹੋ ਜਾਂਦੇ। ਤੋ ਲੜੀਵਾਰ ਰੂਪ ਵਿੱਚ 69ਵੀਂ ਪੌੜੀ 'ਚ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਆਦਰ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਅਕਥ ਕਥਾ ਵਿਚਾਰੋ। ਜੋ ਸ੍ਰੇਸ਼ਟ ਸਿੱਧ ਸਨ, ਗੁਰਮੁਖ ਬਿਰਤੀ ਵਾਲੇ ਸਿੱਧ ਸਨ, ਉਹਨਾਂ ਨੇ ਗੁਰਮੁਖ ਦੀ ਵਿਚਾਰ ਮਹਾਰਾਜ ਸਾਹਿਬ ਤੋਂ ਪੁੱਛੀ ਵੀ ਮਹਾਰਾਜ ਗੁਰਮੁਖ ਕੈਸਾ ਹੈ। ਤਾਂ ਕਈਆਂ ਪੌੜੀਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਗੁਰਮੁਖਤਾਈ ਦਾ ਕਥਨ ਕੀਤਾ। ਸਤਿਗੁਰੂ ਕਹਿੰਦੇ ਸਿੱਧੋ, ਗੁਰਮੁਖ ਅਕਥ ਦੀ ਕਥਾ ਕਰਦਾ, ਗੁਰਮੁਖ ਵਿਚਾਰ ਕਰਕੇ ਗੁਰੂ ਦਾ ਉਪਦੇਸ਼ ਲੈਣ ਵਾਲਾ, ਜਿਸ ਨੇ ਆਪਣਾ ਮੁਖ ਗੁਰੂ ਸਾਹਿਬ ਜੀ ਦੇ ਸਨਮੁਖ ਕੀਤਾ ਹੋਇਆ ਹੈ, ਆਪਣੇ ਹਿਰਦੇ ਨੂੰ ਗੁਰੂ ਸਾਹਿਬ ਜੀ ਦੇ ਸਨਮੁਖ ਕੀਤਾ ਹੋਇਆ ਹੈ, ਗੁਰੂ ਸਾਹਿਬ ਦੇ ਉਪਦੇਸ਼ ਦਾ ਜੋ ਧਾਰਨੀ ਹੈ, ਐਸਾ ਗੁਰਮੁਖ ਅਕਥ ਦੀ ਕਥਾ ਵਿਚਾਰਦਾ। ਅਕਥ ਜੋ ਕਥਨ ਨਹੀਂ ਕੀਤਾ ਜਾ ਸਕਦਾ, ਪਰਮੇਸ਼ਰ ਵਾਹਿਗੁਰੂ ਅਕਥ ਹੈ। ਤੇ ਅਕਥ ਦਾ ਮਤਲਬ ਹੈ ਸਾਧ ਸੰਗਤ ਜੀ ਕਿ ਜਿਸ ਦੀ ਕਥਾ ਹੋ ਨਹੀਂ ਸਕਦੀ। ਗੁਰਮੁਖ ਉਸ ਵਾਹਿਗੁਰੂ ਜੀ ਦੀ ਕਥਾ ਕਥਨ ਕਰਦਾ ਹੈ ਜਿਸ ਦੀ ਕਥਾ ਸਾਰੀ ਨਹੀਂ ਹੋ ਸਕਦੀ। ਫਿਰ ਜਿਸ ਦੀ ਸਾਰੀ ਕਥਾ ਹੋ ਹੀ ਨਹੀਂ ਸਕਦੀ, ਸੰਪੂਰਨ ਕਥੀ ਨਹੀਂ ਜਾ ਸਕਦੀ, ਉਸ ਦੀ ਫਿਰ ਕਥਾ ਕਰਨੀ ਕਿਉਂ, ਕਥਾ ਕਥਨੀ ਕਿਉਂ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਭਾਈ ਕਥਾ ਸਾਰੀ ਦਾ ਅੰਤ ਪਾਉਣ ਵਾਸਤੇ ਨਹੀਂ ਕਥਾ ਕਥਨੀ, ਕਥਾ ਇਸੇ ਕਰਕੇ ਕਰਨੀ ਆ ਵੀ ਉਧਾਰ ਹੋ ਜਾਵੇ, ਭਲਾ ਹੋ ਜਾਵੇ। ਗੁਰਬਾਣੀ 'ਚ ਸਤਿਗੁਰੂ ਜੀ ਨੇ ਆਖਿਆ ਵੀ ਆਓ ਗੁਰੂ ਕੇ ਪਿਆਰਿਓ ਸਿੱਖੋ, ਕਥਾ ਕਰੀਏ, ਕਥਾ ਸੁਣੀਏ। ਤੇ ਨਾਲ ਹੀ ਕਹਿ ਦਿੱਤਾ ਵੀ ਕਥਾ ਉਹਦੀ ਕਰੀਏ ਜਿਹਦੀ ਕਥਾ ਹੋ ਨਹੀਂ ਸਕਦੀ ਸਾਰੀ। ਕਥਾ ਉਸ ਦੀ ਕਰੀਏ ਜਿਸ ਦੀ ਕਥਾ ਕੀਤਿਆਂ ਇਹ ਪਤਾ ਲੱਗਦਾ ਹੈ ਵੀ ਉਸ ਦੀ ਕਥਾ ਸਾਰੀ ਕਥਨ ਹੀ ਨਹੀਂ ਕੀਤੀ ਜਾ ਸਕਦੀ। ਆਨੰਦ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਮਹਾਰਾਜ ਦਾ ਬਚਨ ਤੀਜੇ ਪਾਤਸ਼ਾਹ ਦਾ, ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਨਾਲੇ ਕਿਹਾ ਵੀ ਕਹਾਣੀ ਕਥਾ ਕਰੀਏ ਤੇ ਨਾਲੇ ਕਹਿ ਦਿੱਤਾ ਵੀ ਅਕਥ ਕੀ, ਕਥਾ ਉਸ ਦੀ ਕਰੀਏ ਜਿਸ ਦੀ ਕਥਾ ਹੋ ਨਹੀਂ ਸਕਦੀ। ਆਵਹੁ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਨਾਲੇ ਕਿਹਾ ਵੀ ਕਥਾ ਕਰੋ ਤੇ ਨਾਲੇ ਕਿਹਾ ਵੀ ਉਸ ਦੀ ਕਥਾ ਕਰੋ ਜੋ ਅਕਥ ਹੈ। ਜਿਨ੍ਹਾਂ ਜਿਨ੍ਹਾਂ ਨੇ ਕਥਾ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਜਸ ਕਥਿਆ, ਉਹਨਾਂ ਨੇ ਸਾਧ ਸੰਗਤ ਜੀ ਕਥਨ ਕਰਕੇ ਅਖੀਰ ਤੇ ਇਹੀ ਆਖਿਆ ਵੀ ਪਰਮੇਸ਼ਰ ਦਾ ਜਸ ਬੇਅੰਤ ਹੈ। ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਸਾਰੇ ਬੇਅੰਤ ਬੇਅੰਤ ਹੀ ਕਹਿ ਰਹੇ। ਬੇਅੰਤ 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 ਕੋ ਕਰੰਤ ਪਾਠ ਵੇਖੀਐ। ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਸਭ ਉਸ ਵਾਹਿਗੁਰੂ ਪਰਮੇਸ਼ਰ ਨੂੰ ਬੇਅੰਤ ਹੀ ਬੇਅੰਤ ਕਹਿ ਰਹੇ ਕਿ ਉਹ ਬੇਅੰਤੀ ਹੈ। ਗੁਰੂ ਮਹਾਰਾਜ ਸਾਹਿਬ ਨੇ ਆਖਿਆ ਕਿ ਉਹ ਬੇਅੰਤ ਹੈ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣ ਜੇ, ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ।
अंत कारण केते बिललाहे, ताके अंत न पाए जाहे। एहो अंत न जाने कोय, बहुता कहिए बहुता होए। वड्डा साहिब ऊंचा थाओ, ऊंचे उपर ऊंचा नाओ। ए वड्डे ऊंचा होवे कोय, ते सूचे कौ जाने सोए। जे वड्डे आप जाने आप, आप नानक नदरी करमी दात। जिड्डा वड्डा आप है, अपने आपे नूं आप ही जानदा। महाराज ने बाणी च आख्या, वरन ना साको एक रोमाई। परमेश्वर दे ते एक रोम दा वर्णन नहीं किया जा सकता। ते एक रोम किड्डा का? भाई गुरदास साहब जी ने आख्या, एक रोम दे विच करोड़ा ब्रह्मंड समाये हुए हैं। एक रोम, रोम रोम कोट ब्रह्मांड को निवास जास। जिस दे एक एक रोम विच करोड़ा ब्रह्मंडा दा वासा है। वो वाहिगुरु एडा बेअंत है। मान से अवतार धार दर्श दिखाए हैं। तो सतगुरु गरीब नवाज साहब जी कहते हैं, करोड़ा ने पिछे कथिया, करोड़ा ही हुण कथा कर रहे, करोड़ा ही अगे कथा करनगे। पर सब ने यही आख्या है कि परमेश्वर की कथा का कोई तोट नहीं, कोई अंत नहीं, कोई पारावार नहीं है। कथना कथी ना आवे तोट। कथा करन वाले ने कथा कीती, पर कथा का ही अंत नहीं आता। कथा करन वाले का अंत हो जाता, कथा करन वाले का अंत हो जाता। अंत किवें होए भी समा समाप्त हो जाता। खमा सीमत ही हुंदा वा। ते कथन करदियां करदियां समय की समाप्ति हो जाती है, तो कथा तो फिर भी अंत पई। जिंदगी का समा समाप्त हो जाता, श्वास पूरे हो जाते, कथा फिर भी अंत है। तो इस करके ज्ञानी संत सिंह जी मस्कीन, जिस दिन उन्होंने श्वास पूरे होए ना, उन्होंने गुरपुरी बयाना किया, लावां की कथा की सी। उस दिन उन्होंने लावां की कथा की समाप्ति ते उन्होंने एक गल कही, कहन लगे, कथा की समाप्ति नहीं, मेरा समा समाप्त। कहन लगे, कथा की समाप्ति नहीं, कथा बेअंत है। शब्द का अंत नहीं है, कथा का अंत नहीं है। कहते मेरा समा समाप्त। भाव जिन्ना क समा दिता सी, जिन्ना क समा प्रबंधकों वालों नीयत किया गया सी भी 1 घंटा होगी कथा या 2 घंटे होगी कथा, जिन्ना समा नीयत सी वो समा कहते मेरा समा समाप्त है, कथा समाप्त नहीं है, कथा का अंत नहीं है। ते दूसरा एक तो यह समा हो गया ना, दूसरा जिन्ना वाहिगुरु वालों सवासा रूपी समा दिता गया, मेरा समा समाप्त है, कथा बेअंत है। कहते भी मेरा समा समाप्ति उस दिन उन्होंने चढ़ाई की सी। सतगुरु कहते कि कथना कथी ना आवे तोट। कथा करने वाले ने कथा की, पर कथा का तोटा नहीं आता, कथा का अंत नहीं आता, कथा बेअंती है परमेश्वर दी। कथ कथ कथी कोटि कोट कोट, करोड़ा ने पिछे कथा की, करोड़ा हुण कथन कर रहे, करोड़ा अगे कथन करनगे, पर परमेश्वर फिर भी अकाथी रहिंदा। जिन्ना मर्जी कोई कथन कर लवे, आनंद माणिया जा सकता वा, वाहिगुरु जी दीयां खुशियां लईयां जा सकदियां वा, पाप मुक जाते आ, परमेश्वर जी की अभेदता हासिल हो जाती है, पर कथा का सिखर नहीं आता। जिवें कोई मच्छी पानी विच समुद्र विच तारियां ला सकती, जिन्नियां मर्जी सज्जे खब्बे थले उत्ते गांह पिछां जिन्ना मर्जी डूंगी चले जाए, पर सागर का अंत नहीं आता। पंछी आकाश में उड़ सकता वा, जिन्ना मर्जी उड़ जाए, अखीर थक ही जाएगा, अखीर आसरा ही भालेगा, थले ही उतरना पवेगा, बैठना ही पवेगा। जिन्ना उडेगा उन्ना आनंद मौजां ते माणेगा, पर आकाश का कोई अंत नहीं आता। इसे तरह गुरु की कथा का, परमेश्वर की कथा का कोई अंत नहीं है, ये तो आनंद ही माणिया जा सकता। तो सतगुरु कहते गुरमुख अकथ कथा विचार,
ਇਹ ਸਿੱਧੋ ਗੁਰਮੁਖ ਅਕਥ ਦੀ ਕਥਾ ਕਰਦੇ, ਗੁਰੂ ਸਾਹਿਬ ਜੀ ਤੋਂ ਵਿਚਾਰ ਲੈ ਕਰਕੇ, ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕਰਕੇ ਉਸ ਪਰਮੇਸ਼ਰ ਦੀ ਕਥਾ ਕਰਦੇ ਆ ਜਿਸ ਦੀ ਕਥਾ ਦਾ ਅੰਤ ਨਹੀਂ ਹੈ, ਜਿਸ ਦੀ ਕਥਾ ਬੇਅੰਤੀ ਬੇਅੰਤ ਹੈ। ਗੁਰਮੁਖ ਨਿਭ ਹੈ ਸਾਹ ਪਰਵਾਰ, ਤੇ ਗੁਰਮੁਖ ਨਿਭਦੇ ਹਨ ਸਹਿਤ ਪਰਿਵਾਰ ਦੇ, ਪਰਿਵਾਰ ਦੇ ਸਹਿਤ। ਉਹ ਆਪ ਵੀ ਸਿੱਖੀ ਨੂੰ ਨਿਭਾਉਂਦੇ ਆ ਤੇ ਉਹਨਾਂ ਦਾ ਪਰਿਵਾਰ ਵੀ ਸਿੱਖੀ ਦੇ ਵਿੱਚ ਨਿਭਦਾ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਿਵਾਰੈ ਸਾਧਾਰ। ਜੋ ਗੁਰੂ ਕੇ ਬਚਨਾਂ ਨੂੰ ਮੰਨਦਾ ਹੈ, ਨਾਮ ਨੂੰ ਮੰਨਦਾ ਹੈ, ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦਾ ਹੈ, ਆਪ ਵੀ ਉਹਦਾ ਭਲਾ ਹੁੰਦਾ ਹੈ ਤੇ ਪਰਿਵਾਰ ਨੂੰ ਵੀ ਸਹਿਤ ਆਸਰੇ ਦੇ ਕਰ ਲੈਂਦਾ, ਪਰਿਵਾਰ ਨੂੰ ਵੀ ਗੁਰੂ ਕੇ ਸ਼ਬਦ ਨਾਲ, ਗੁਰੂ ਕੀ ਸਿੱਖੀ ਨਾਲ ਜੋੜਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਜੋ ਹੈ ਉਹ ਨਿਭਦੇ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਸਹਿਤ ਪਰਿਵਾਰ ਦੇ। ਪਰਿਵਾਰ ਇੱਕ ਤਾਂ ਧੀਆਂ ਪੁੱਤਰ ਮਾਤਾ ਪਿਤਾ ਇਹ ਪਰਿਵਾਰ ਹੁੰਦਾ ਹੈ। ਇਸੇ ਤਰ੍ਹਾਂ ਪਰਿਵਾਰ ਸਰੀਰ ਦੇ ਵਿੱਚ ਜੋ ਇੰਦਰੀਏ ਇਹਨਾਂ ਨੂੰ ਵੀ ਪਰਿਵਾਰ ਹੀ ਆਖਿਆ। ਅੱਖਾਂ, ਕੰਨ, ਨਾਸਕਾਂ, ਰਸਨਾ, ਹੱਥ ਪੈਰ ਆਦਿ, ਇਹ ਸਾਰਾ ਪਰਿਵਾਰ ਹੈ, ਸਰੀਰ ਦਾ ਪਰਿਵਾਰ ਹੈ। ਇਸ ਪਰਿਵਾਰ ਦੇ ਸਹਿਤ ਉਹ ਗੁਰਮੁਖ ਨਿਭਦੇ ਹਨ, ਉਹਨਾਂ ਦਾ ਪ੍ਰੇਮ ਨਿਭਦਾ ਹੈ, ਉਹਨਾਂ ਦੀ ਸਿੱਖੀ ਨਿਭਦੀ ਹੈ, ਉਹਨਾਂ ਦੀ ਪ੍ਰੀਤ ਨਿਭਦੀ ਹੈ। ਉਹ ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰਦੇ ਹਨ, ਬਗਾਨਾ ਰੂਪ ਨਹੀਂ ਤੱਕਦੇ। ਉਹ ਕੰਨਾਂ ਨਾਲ ਗੁਰੂ ਦਾ ਸ਼ਬਦ ਸੁਣਦੇ, ਨਾਮ ਸੁਣਦੇ, ਬਾਣੀ ਸੁਣਦੇ, ਗੁਰੂ ਕੀ ਬਾਣੀ ਦਾ ਪਾਠ ਸੁਣਦੇ, ਕੀਰਤਨ ਸੁਣਦੇ, ਵਿਚਾਰ ਸੁਣਦੇ ਤੇ ਸੁਣ ਕੇ ਨਾਮ ਨੂੰ, ਕੰਨਾਂ ਨੂੰ ਪਵਿੱਤਰ ਕਰਦੇ, ਕਰਕੇ ਗੁਰੂ ਦਾ ਦਰਸ਼ਨ, ਗੁਰੂ ਦੀਆਂ ਸੰਗਤਾਂ ਦਾ ਦਰਸ਼ਨ ਕਰਕੇ ਅੱਖਾਂ ਨੂੰ ਪਵਿੱਤਰ ਕਰਦੇ। ਰਸਨਾ ਤੋਂ ਬੋਲ ਕੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਰਸਨਾ ਨੂੰ ਪਵਿੱਤਰ ਕਰਦੇ। ਕਿਉਂਕਿ ਰਸਨਾ ਇਹ ਚੁਲੀਆਂ ਕਰਨ ਨਾਲ ਨਹੀਂ ਧੋਤੀ ਜਾਂਦੀ, ਕੁਝ ਸਮੇਂ ਵਾਸਤੇ ਆ। ਇਹ ਕੁਰਲੀਆਂ ਕਰਨ ਦੇ ਨਾਲ ਕੁਝ ਸਮੇਂ ਵਾਸਤੇ, ਹਾਂ, ਰੋਟੀ ਪਾਣੀ ਖਾਣ ਤੋਂ ਬਾਅਦ, ਪ੍ਰਸ਼ਾਦਾ ਛਕਣ ਤੋਂ ਬਾਅਦ ਚੁਲਾ ਕੀਤਾ ਜਾਂਦਾ ਹੈ। ਉਹ ਇੱਕ ਬਾਹਰੀ ਤੌਰ ਤੇ ਮੁਖ ਸਾਫ਼ ਹੁੰਦਾ, ਪਰ ਮਹਾਰਾਜ ਕਹਿੰਦੇ ਰਸਨਾ ਸੁੱਚੀ ਨਹੀਂ ਹੁੰਦੀ ਪਾਣੀ ਨਾਲ ਧੋਤਿਆਂ, ਚੁਲੀਆਂ ਕੀਤਿਆਂ। ਮਹਾਰਾਜ ਰਸਨਾ ਕਿਵੇਂ ਸੁੱਚੀ ਹੁੰਦੀ? ਕਹਿੰਦੇ ਨਾਮ ਜਪਤ, ਨਾਮ ਜਪ ਕੇ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਇਹ ਰਸਨਾ ਤਾਂ ਸੁੱਚੀ ਹੁੰਦੀ ਹੈ ਜਿਹਦੇ ਨਾਲ ਨਾਮ ਜਪੀਏ। ਮਹਾਰਾਜ ਝੂਠੀ ਕਿਵੇਂ ਹੁੰਦੀ? ਕਹਿੰਦੇ ਝੂਠ ਬੋਲ ਗਏ, ਨਿੰਦਿਆ ਕਰੀਏ, ਫਿੱਕਾ ਬੋਲ ਗਏ, ਕੌੜਾ ਬੋਲ ਗਏ, ਤੇ ਫਿਰ ਇਹ ਝੂਠੀ ਹੋ ਜਾਂਦੀ, ਮੈਲੀ ਹੋ ਜਾਂਦੀ। ਇਸ ਕਰਕੇ ਗੁਰਮੁਖ ਰਸਨਾ ਤੋਂ ਨਾਮ ਜਪ ਕੇ, ਪੈਰਾਂ ਨਾਲ ਸੰਗਤ ਵਿੱਚ ਆ ਕੇ ਤੇ ਹੱਥਾਂ ਨੂੰ ਸਫਲਾ ਕਰਦੇ ਗੁਰੂ ਕੀ ਸੇਵਾ ਦੇ ਵਿੱਚ ਲਾ ਕੇ। ਹੱਥ ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਅੱਗੇ ਦੋਏ ਕਰ ਜੋਰ, ਦੋਵੇਂ ਹੱਥ ਜੁੜਦੇ ਆ ਤੇ ਫਿਰ ਇਹ ਹੱਥ ਵੀ ਸਫਲੇ ਹੋ ਜਾਂਦੇ, ਇਹ ਵੀ ਪਵਿੱਤਰ ਹੋ ਜਾਂਦੇ ਆ। ਸੀਸ ਪਵਿੱਤਰ ਹੋ ਜਾਂਦਾ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੇ RAM। ਜਿਹੜਾ ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਦਾ, ਉਹ ਸੀਸ ਵੀ ਪਵਿੱਤਰ ਹੋ ਜਾਂਦਾ। ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੀਉ ਪਿਆ ਤੋ ਸਰਨੀ। ਪੰਚਮ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕੇਈ ਕੇ। ਗੁਰਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਦਰਗਾਹ 'ਚ ਥਾਂ ਕਿਵੇਂ ਮਿਲੇ, ਸੱਚਖੰਡ ਵਿੱਚ ਥਾਂ ਕਿਵੇਂ ਮਿਲੇਗੀ? ਤੇ ਸਤਿਗੁਰੂ ਕਹਿੰਦੇ, ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਨਾਲ ਪ੍ਰੇਮ ਕੀਤਿਆਂ,
ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਤਾਂ ਦਰਗਾਹ ਵਿੱਚ ਥਾਂ ਮਿਲਦੀ ਆ ਜੇ ਨੇਤਰਾਂ ਨਾਲ ਗੁਰੂ ਦਾ ਦਰਸ਼ਨ ਕਰੀਏ, ਅੰਤਰਾਤਮੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਮ ਨੂੰ ਵਸਾਈਏ, ਅੰਦਰ ਵੀ ਆਰਾਧਨਾ ਕਰੀਏ, ਰਸਨਾ ਤੋਂ ਵੀ ਜਪੀਏ। ਅੰਤਰ ਗੁਰ ਆਰਾਧਨਾ, ਅੰਦਰ ਆਰਾਧਨਾ ਕਰੀਏ ਗੁਰੂ ਸਾਹਿਬ ਜੀ ਦੀ। ਜਿਹਵਾ ਜਪ ਗੁਰ ਨਾਉ, ਤੇ ਜੀਵ ਤੋਂ ਵੀ ਗੁਰੂ ਸਾਹਿਬ ਜੀ ਦੇ ਨਾਮ ਦਾ ਜਪ ਕਰੀਏ। ਨੇਤਰੀ ਸਤਿਗੁਰ ਵੇਖਣਾ, ਨੇਤਰਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਦਰਸ਼ਨ ਵੇਖੀਏ, ਤੇ ਕੰਨਾਂ ਦੇ ਨਾਲ, ਸਰਵਣਾ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ਬਦ ਸੁਣੀਏ, ਨਾਮ ਸੁਣੀਏ। ਸ਼੍ਰਵਣੀ ਸੁਣਨਾ ਗੁਰ ਨਾਉ। ਫਿਰ ਸਤਿਗੁਰਾਂ ਨਾਲ ਜਦੋਂ ਪ੍ਰੇਮ ਕਰਾਂਗੇ, ਜਦੋਂ ਰੰਗੇ ਜਾਵਾਂਗੇ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ, ਫਿਰ ਦਰਗਾਹ ਵਿੱਚ ਥਾਂ ਮਿਲ ਜਾਵੇ। ਪਰ ਇਹ ਦਾਤ ਕਿਹਨੂੰ ਮਿਲਦੀ? ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ। ਜਿਸ ਨੂੰ ਇਹ ਵਸਤੂ ਇਹ ਮਹਾਰਾਜ ਦੇ ਦੇਣ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹਾਰਾਜ ਕਹਿੰਦੇ ਵਿਰਲੇ ਵਿਰਲੇ ਆ ਗੁਰਮੁਖ, ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਤਾਂ ਐਸੇ ਗੁਰਮੁਖ, ਉਹਨਾਂ ਦਾ ਪ੍ਰੇਮ, ਉਹਨਾਂ ਦੀ ਪ੍ਰੀਤ, ਉਹਨਾਂ ਦਾ ਨਿਯਮ, ਉਹਨਾਂ ਦੀ ਸਿੱਖੀ ਨਿਭਦੀ ਹੈ ਸਹਿਤ ਪਰਿਵਾਰ ਦੇ। ਉਹ ਆਪ ਵੀ ਤੇ ਉਹਨਾਂ ਦਾ ਪਰਿਵਾਰ ਵੀ ਸਾਰਾ ਸੋ ਸ਼ਬਦ ਦੇ ਨਾਲ ਜੁੜਦੇ, ਗੁਰੂ ਸਾਹਿਬ ਜੀ ਦੇ ਨਾਲ ਜੁੜਦੇ ਹਨ। ਗੁਰਮੁਖ ਜਪੀਐ ਅੰਤਰ ਪਿਆਰ। ਮਹਾਰਾਜ ਕਹਿੰਦੇ ਸਿੱਧੋ ਗੁਰਮੁਖ ਜਪਦੇ ਆ ਵਾਹਿਗੁਰੂ ਪਰਮੇਸ਼ਰ ਨੂੰ ਅੰਤਰ ਪਿਆਰ, ਅੰਦਰ ਪਿਆਰ ਪੈਦਾ ਕਰਕੇ। ਉਹਨਾਂ ਦੇ ਅੰਦਰ ਪਿਆਰ ਹੈ, ਕਿਉਂਕਿ ਜੇ ਅੰਦਰ ਪਿਆਰ ਨਾ ਹੋਵੇ ਤੇ ਰਸਨਾ ਤੋਂ ਵੀ ਜਪਿਆ ਨਹੀਂ ਜਾ ਸਕਦਾ। ਅੰਦਰ ਗੁਰੂ ਸਾਹਿਬ ਜੀ ਜਦੋਂ ਪਿਆਰ ਪੈਦਾ ਕਰਨ, ਫੇਰ ਹੀ ਰਸਨਾ ਤੋਂ ਜਪਿਆ ਜਾ ਸਕਦਾ। ਤੇ ਸਤਿਗੁਰੂ ਕਹਿੰਦੇ ਗੁਰਮੁਖ ਜਪਦੇ ਆ ਆਪਣੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਪੈਦਾ ਕਰਕੇ। ਤੇ ਸਿੱਧੋ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰਮੁਖਾਂ ਦੀ ਸੰਗਤ ਕਰਕੇ ਜਪਣਾ ਕਰੀਏ ਵਾਹਿਗੁਰੂ ਜੀ ਦੇ ਨਾਮ ਨੂੰ, ਆਪਣੇ ਅੰਦਰ ਪਿਆਰ ਪੈਦਾ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਜਪੀਏ। ਗੁਰਮੁਖ ਪਾਈਐ ਸ਼ਬਦ ਅਚਾਰ। ਤੇ ਗੁਰਮੁਖਾਂ ਦੀ ਸੰਗਤ ਜਿਸ ਵੇਲੇ ਕਰੀਏ ਤੇ ਫਿਰ ਸ਼ਬਦ ਗੁਰੂ ਕੇ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਪਾ ਲਈਦਾ ਹੈ, ਪ੍ਰਾਪਤ ਕਰ ਲਈਦਾ ਹੈ ਗੁਰੂ ਸਾਹਿਬ ਜੀ ਦਾ ਸ਼ਬਦ। ਜਦੋਂ ਗੁਰੂ ਦਾ ਸ਼ਬਦ ਉਪਦੇਸ਼ ਪ੍ਰਾਪਤ ਹੋ ਜਾਵੇ ਤੇ ਸ਼ਬਦ ਵਿੱਚ ਜੁੜ ਕੇ, ਸ਼ਬਦ ਦੇ ਦੁਆਰਾ ਫਿਰ ਅਚਾਰ, ਉੱਚਾ ਆਚਰਨ ਪ੍ਰਾਪਤ ਹੋ ਜਾਂਦਾ। ਭਾਈ ਪੁਰਾਣਾ ਜੀ ਦੀ ਸੰਗਤ ਕੀਤੀ ਨਾ ਭਾਈ ਲੱਖੂ ਜੀ ਨੇ, ਤੇ ਭਾਈ ਪੁਰਾਣਾ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੱਖ ਹੋਏ ਸਾਧ ਸੰਗਤ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦਾ ਕੱਲ ਨੂੰ ਸ਼ਹਾਦਤ ਦਾ ਦਿਨ ਹੈ, ਸ਼ਹੀਦੀ ਦਿਹਾੜਾ ਹੈ। ਕਿੰਨੇ ਗੁਰਸਿੱਖਾਂ ਤੇ ਮਹਾਰਾਜ ਨੇ ਆਪਣੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ ਉਹਨਾਂ ਨੂੰ ਗੁਰਮੁਖ ਬਣਾ ਦਿੱਤਾ, ਗੁਰਸਿੱਖ ਬਣਾ ਦਿੱਤਾ। ਭਾਈ ਪੁਰਾਣਾ ਜੀ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ, ਉਹਨਾਂ ਦੀ ਸੰਗਤ ਕੀਤੀ। ਇੱਕ ਧਾੜਵੀ, ਧਾੜ ਮਾਰ ਕਰਨ ਵਾਲਾ ਸੀ, ਜੋ ਰਾਹ ਜਾਂਦਿਆਂ ਨੂੰ ਲੁੱਟ ਲਿਆ ਕਰਦਾ ਸੀ, ਬਸਤਰ ਤੱਕ ਲਵਾ ਲੈਂਦਾ ਸੀ ਕਿ ਲਾ ਦੋ ਜੋ ਕੁਝ ਹੈਗਾ ਰੱਖ ਦੋ ਇੱਥੇ। ਲੱਖੂ ਧਾੜਵੀ ਕਹਿੰਦੇ ਸੀ ਉਹਨੂੰ, ਲੱਖੂ ਧਾੜਵੀ। ਜਦੋਂ ਸਿੱਖ ਦੀ ਸੰਗਤ ਹੋਈ ਤੇ ਐਸੀ ਗੁਰੂ ਕੀ ਕਲਾ ਵਰਤੀ ਤੇ ਫਿਰ ਭਾਈ ਸਾਹਿਬ, ਭਾਈ ਲੱਖੂ ਜੀ ਨਾਮ ਨਾਲ ਰੰਗੇ ਗਏ, ਗੁਰੂ ਕੀ ਸਿੱਖੀ ਪ੍ਰਾਪਤ ਹੋ ਗਈ। ਗੁਰਮੁਖ ਪਾਈਐ ਸ਼ਬਦ ਅਚਾਰ। ਗੁਰਮੁਖ ਦੀ ਸੰਗਤ ਦੇ ਵਿੱਚੋਂ ਪ੍ਰਾਪਤੀ ਕਰੀਦੀ ਹੈ ਗੁਰੂ ਕੇ ਉਪਦੇਸ਼ ਦੀ, ਤੇ ਗੁਰੂ ਕੇ ਉਪਦੇਸ਼ ਤੋਂ ਫਿਰ ਉੱਚਾ ਆਚਰਨ ਪ੍ਰਾਪਤ ਹੁੰਦਾ, ਉੱਚਾ ਜੀਵਨ ਪ੍ਰਾਪਤ ਹੁੰਦਾ। ਗੁਰਸਿੱਖ ਦੀ ਸੰਗਤ ਹੋਈ ਭਾਈ ਲੱਖੂ ਨੂੰ, ਸਾਰੇ ਮਾੜੇ ਕੁਕਰਮ ਛੱਡ ਕਰਕੇ ਤੇ ਫਿਰ ਗੁਰੂ ਦਾ ਸਿੱਖ ਬਣ ਗਿਆ ਤੇ ਜਪਜੀ ਸਾਹਿਬ ਦੀ ਫਿਰ ਸੰਥਿਆ ਕੀਤੀ। ਅੰਦਰ ਪ੍ਰੇਮ ਪੈਦਾ ਹੋ ਗਿਆ ਨਾ, ਅੰਦਰ ਪਿਆਰ ਪੈਦਾ ਹੋ ਗਿਆ, ਅੰਦਰ ਚਾਅ ਪੈਦਾ ਹੋ ਗਿਆ। ਜਿਸ ਦੇ ਅੰਦਰ ਚਾਅ ਪੈਦਾ ਹੋ ਜਾਵੇ ਫਿਰ ਉਹ ਯਤਨ ਕਰਦਾ, ਫਿਰ ਉਹ ਉਦਮ ਕਰਦਾ, ਫਿਰ ਉਪਰਾਲਾ ਕਰਦਾ। ਤੇ ਇੱਕ ਇੱਕ ਅੱਖਰ ਕਰਕੇ, ਇੱਕ ਇੱਕ ਪੰਕਤੀ ਕਰਕੇ ਜਪਜੀ ਸਾਹਿਬ ਦੀ ਬਾਣੀ ਕੰਠ ਕਰ ਲਈ ਭਾਈ ਲੱਖੂ ਜੀ ਨੇ।
ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸਿੱਖੀ ਪ੍ਰਾਪਤ ਹੋ ਗਈ ਭਾਈ ਲੱਖੂ ਜੀ। ਵੇਖੋ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਪੜ੍ਹਦੇ ਹਾਂ, ਕਿੰਨੀਆਂ ਕਿਤਾਬਾਂ ਪੜ੍ਹਦੇ ਹਾਂ, ਹੋਰ ਕਿੰਨਾ ਕੁਝ ਪੜ੍ਹਦੇ ਹਾਂ। ਜੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ, ਗੁਰੂ ਕਾ ਉਪਦੇਸ਼, ਗੁਰੂ ਕੀ ਸਿੱਖਿਆ ਸਾਡੇ ਹਿਰਦੇ ਵਸੇ ਤੇ ਅਸੀਂ ਗੁਰੂ ਕੀ ਬਾਣੀ ਪੜ੍ਹੀਏ ਤੇ ਇੱਕ ਇੱਕ ਪੰਕਤੀ ਕਰਕੇ ਵੀ ਕੰਠ ਕਰਨ ਲੱਗ ਪਈਏ ਤੇ ਕਿੰਨੀ ਬਾਣੀ ਸਾਨੂੰ ਕੰਠ ਹੋ ਸਕਦੀ। ਘੱਟੋ ਘੱਟ ਨਿਤਨੇਮ ਤਾਂ ਗੁਰਸਿੱਖ ਕੰਠ ਕਰੇ ਹੀ ਨਾ, ਘੱਟ ਤੋਂ ਘੱਟ। ਤੇ ਕਈ ਜੇ ਧਿਆਨ ਨਾ ਦਈਏ ਤੇ ਸਾਰੀ ਜ਼ਿੰਦਗੀ ਉਂਝ ਹੀ ਲੰਘ ਜਾਣੀ। ਜੇ ਯਤਨ ਕਰੀਏ ਇੱਕ ਦਿਨ ਵਿੱਚ ਇੱਕ ਪੰਕਤੀ ਵੀ ਯਾਦ ਕਰ ਲਵੇ ਤੇ ਸਾਰਾ ਦਿਨ ਪੜ੍ਹਦਾ ਰਹੇ। ਯਤਨ ਕਰੇ ਤੇ ਇੱਕ ਪੌੜੀ ਵੀ ਇੱਕ ਦਿਨ ਵਿੱਚ ਯਾਦ ਕਰ ਸਕਦਾ। ਜਿਹੜਾ ਰੋਜ਼ ਦੇ ਨਿਤਨੇਮੀ ਪ੍ਰੇਮੀ ਆ, ਉਹਨਾਂ ਤੇ ਗੁਰਸਿੱਖਾਂ ਨੇ ਇੱਕ ਇੱਕ ਦਿਨ ਦੇ ਵਿੱਚ ਇੱਕ ਇੱਕ ਬਾਣੀ ਕੰਠ ਕੀਤੀ ਹੈ। ਸਾਧ ਸੰਗਤ, ਇੱਕ ਇੱਕ ਸੰਪੂਰਨ ਬਾਣੀ ਜ਼ਬਾਨੀ ਕੰਠ ਕੀਤੀ। ਤੇ ਅੱਜ 84 ਦੇ ਦਿਨ ਵੀ ਚੱਲ ਰਹੇ ਆ। ਅੱਜ 2 ਜੂਨ ਦਾ, ਜਿਸ ਵੇਲੇ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਹਰਿਮੰਦਰ ਸਾਹਿਬ ਤੇ 37 ਹੋਰ ਗੁਰਧਾਮਾਂ ਤੇ ਹਮਲਾ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕੀਤੀ। ਤੇ ਉਹ ਮਹਾਨ ਸੂਰਬੀਰ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਪੜ੍ਹੀਏ ਤੇ ਇੱਕੇ ਦਿਨ ਦੇ ਵਿੱਚ ਹੀ 5 ਗ੍ਰੰਥੀ ਕੰਠ ਕੀਤੀ। 5 ਗ੍ਰੰਥੀ 'ਚ ਕਿੰਨੀਆਂ ਬਾਣੀਆਂ ਆਉਂਦੀਆਂ? ਉਹ ਇੱਕੇ ਦਿਨ ਵਿੱਚ ਕਿਵੇਂ ਹੋ ਗਈ ਇੰਨੀਆਂ ਬਾਣੀਆਂ ਕੰਠ? ਉਹ ਪਤਾ ਕਿਵੇਂ ਹੋ ਗਈਆਂ? ਉਹਨਾਂ ਦਾ ਨਿਤਨੇਮ ਪਹਿਲਾਂ ਤੋਂ ਸੀ, ਲਗਾਤਾਰ ਨਿਰੰਤਰ ਜਾਰੀ। ਤੇ ਜਿਸ ਦਿਨ ਜ਼ਬਾਨੀ ਸੁਣਾਈਆਂ ਤੇ ਸਾਰੀਆਂ ਸੁਣਾ ਦਿੱਤੀਆਂ, ਕੰਠ ਹੋ ਗਈਆਂ। ਕੰਠ ਤਾਂ ਪਹਿਲਾਂ ਹੀ ਹੋਈਆਂ ਪਈਆਂ ਸੀ, ਕਿਉਂਕਿ ਉਹੀ ਬਾਣੀ ਕੰਠ ਹੋਊਗੀ ਜਿਹਨੂੰ ਰੋਜ਼ ਪੜ੍ਹਿਆ ਜਾਂਦਾ। ਤਾਂ ਜਿੰਨਾ ਪਵਿੱਤਰ ਹਿਰਦਾ ਹੈ, ਜਿੰਨਾ ਨਾਮ ਬਾਣੀ ਦਾ ਅਭਿਆਸ ਹੈ, ਉਨਾ ਸ਼ਬਦ ਬਾਣੀ ਛੇਤੀ ਯਾਦ ਹੁੰਦਾ। ਜਿੰਨੀ ਹਿਰਦੇ ਤੇ ਮੈਲ ਲੱਗੀ ਹੈ, ਓਨਾ ਹੀ ਵੱਧ ਸਮਾਂ ਲੱਗਦਾ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਲੱਖੂ ਜੀ ਨੇ ਜਪਜੀ ਸਾਹਿਬ ਦੀ ਬਾਣੀ ਕੰਠ ਕੀਤੀ। ਤੇ ਸਾਨੂੰ ਵੀ ਸਾਧ ਸੰਗਤ ਜੀ ਐਸੇ ਗੁਰਸਿੱਖਾਂ ਦੇ ਜੀਵਨ ਪੜ੍ਹ ਸੁਣ ਕਰਕੇ, ਗੁਰੂ ਕਾ ਉਪਦੇਸ਼ ਪੜ੍ਹ ਸੁਣ ਕੇ ਬਾਣੀ ਕੰਠ ਕਰਨੀ ਚਾਹੀਦੀ। ਵੱਧ ਤੋਂ ਵੱਧ ਗੁਰੂ ਕੀ ਬਾਣੀ। ਜਪਜੀ ਸਾਹਿਬ ਕੰਠ ਤੇ ਹੁਣ ਨਿਯਮ ਬਣਾ ਲਿਆ, ਜਪਜੀ ਸਾਹਿਬ ਕੀਤੇ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੇ। ਵੇਖੋ ਕੈਸਾ ਉੱਚਾ ਜੀਵਨ, ਉੱਚਾ ਆਚਰਣ ਬਣਿਆ ਇੱਕ ਗੁਰਮੁਖ ਦੀ ਸੰਗਤ ਕਰਕੇ, ਇੱਕ ਗੁਰਸਿੱਖ ਦੀ ਸੰਗਤ ਕਰਕੇ। ਫਿਰ ਸ਼ਬਦ ਨਾਲ ਜੁੜੇ। ਫਿਰ ਇੱਥੋਂ ਤੀਕ ਨਿਯਮ ਬਣ ਗਿਆ ਵੀ ਉਸ ਦੇ ਹੱਥੋਂ ਪ੍ਰਸ਼ਾਦਾ ਛਕਣਾ ਜਿਹੜਾ ਜਪਜੀ ਸਾਹਿਬ ਪੜ੍ਹ ਕੇ ਪ੍ਰਸ਼ਾਦਾ ਤਿਆਰ ਕਰੇ। ਜੇ ਕਿਤੇ ਛਕਣਾ ਵੀ ਹੈ ਨਾ, ਫਿਰ ਇੰਨਾ ਉੱਚਾ ਜੀਵਨ ਤੇ ਲਾਹੌਰ ਦੀਆਂ ਮਾਈਆਂ, ਉਹਨਾਂ ਨੇ ਕਹਿਣਾ ਕਿ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ। ਤੇ ਪੁੱਛਣਾ, ਮਾਤਾ ਜੀ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਹੋ? ਭਾਈ ਲੱਖੂ ਜੀ ਨੇ, ਜਿਹੜੇ ਕਦੀ ਧਾੜਵੀ ਰਹੇ ਸੀ ਸਾਧ ਸੰਗਤ, ਤੇ ਮਾਤਾ ਨੇ ਜੇ ਤਾਂ ਕਹਿਣਾ ਵੀ ਹਾਂ ਮੈਂ ਜਪਜੀ ਸਾਹਿਬ ਦਾ ਨਿਤਨੇਮ ਕਰਦੀ ਹਾਂ, ਜਪਜੀ ਸਾਹਿਬ ਮੈਂ ਰੋਜ਼ ਕਰਦੀ ਹਾਂ, ਤੇ ਕਹਿਣਾ ਮਾਤਾ ਜੀ ਫਿਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਨਾਲ ਕਰਿਓ, ਫਿਰ ਪ੍ਰਸ਼ਾਦਾ ਤਿਆਰ ਕਰਿਓ, ਫਿਰ ਛਕ ਲਾਂਗੇ। ਜੇ ਕਹਿਣਾ ਨਹੀਂ ਮੈਂ ਤਾਂ ਜਪਜੀ ਸਾਹਿਬ ਕਦੀ ਕੀਤਾ ਹੀ ਨਹੀਂ, ਜਪਜੀ ਸਾਹਿਬ ਮੈਨੂੰ ਆਉਂਦਾ ਹੀ ਨਹੀਂ, ਕਹਿਣਾ ਮਾਤਾ ਜੀ ਪ੍ਰਸ਼ਾਦਾ ਤਾਂ ਛਕਾਂਗਾ ਜੇ ਜਪਜੀ ਸਾਹਿਬ ਕਰੋਗੇ। ਤੇ ਤੁਸੀਂ ਕਰ ਲਓ ਜਪਜੀ ਸਾਹਿਬ, ਮੈਂ ਤੁਹਾਨੂੰ ਸੰਥਿਆ ਕਰਾ ਦਿੰਦਾ। ਇਸ ਤਰ੍ਹਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਪ੍ਰੇਮ ਦੇ ਵਿੱਚ, ਇਸ ਭਾਵਨਾ ਦੇ ਵਿੱਚ ਕਈਆਂ ਮਾਈਆਂ ਨੇ ਜਪਜੀ ਸਾਹਿਬ ਦੀ ਬਾਣੀ ਦੀ ਸੰਥਿਆ ਕੀਤੀ। ਉਸ ਗੁਰਸਿੱਖ ਨੇ ਇਸ ਜੁਗਤੀ ਦੇ ਨਾਲ, ਇਸ ਢੰਗ ਤਰੀਕੇ ਦੇ ਨਾਲ ਕਈਆਂ ਮਾਈਆਂ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਕਰਾ ਦਿੱਤਾ ਕਿ ਜੇ ਮਾਤਾ ਜੀ ਪ੍ਰਸ਼ਾਦਾ ਛਕਾਉਣਾ ਤੇ ਫਿਰ ਜਪਜੀ ਸਾਹਿਬ ਆਉਣਾ ਚਾਹੀਦਾ ਤੁਹਾਨੂੰ। ਜਪਜੀ ਸਾਹਿਬ ਤੁਸੀਂ ਪੜ੍ਹੋਗੇ ਤੇ ਫਿਰ ਪ੍ਰਸ਼ਾਦਾ ਛਕਾਂਗਾ। ਇੱਕ ਨਿਯਮ ਸੀ ਸਿੱਖ ਦਾ, ਇਸ ਤਰੀਕੇ ਦੇ ਨਾਲ ਕਈਆਂ ਨੂੰ ਜਪਜੀ ਸਾਹਿਬ ਯਾਦ ਕਰਾ ਦਿੱਤਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਉੱਚਾ ਆਚਰਨ ਗੁਰਮੁਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤਾਂ ਐਸੇ ਗੁਰਸਿੱਖ ਬੇਅੰਤ ਗੁਰਮੁਖ ਬਣਾਏ ਸਾਧ ਸੰਗਤ। ਬਾਬਾ ਬਿਧੀ ਚੰਦ ਸਾਹਿਬ ਜੀ, ਆਪਾਂ ਬਾਬਾ ਜੀ ਦਾ ਜੀਵਨ ਪੜ੍ਹਦੇ ਸੁਣਦੇ ਆ ਤੇ ਹਰ ਇੱਕ ਦੇ ਖਿਆਲ ਇਹ ਆਉਂਦਾ ਨਾ ਕਿ 6ਵੇਂ ਪਾਤਸ਼ਾਹ ਦੇ ਸਿੱਖ ਬਾਬਾ ਬਿਧੀ ਚੰਦ ਸਾਹਿਬ। ਪਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਵੀ ਇੱਕ ਗੁਰਮੁਖ ਦੀ ਸੰਗਤ ਕੀਤੀ, ਭਾਈ ਅਦਲੀ ਜੀ ਦੀ। ਜਦੋਂ ਆਲੀ ਕਲਾਂ ਚੋਂ ਮੱਝਾਂ ਚੋਰੀ ਕੀਤੀਆਂ ਤੇ ਉਹ ਦਰਿਆ ਟਪਾਇਆ ਤੇ ਪਹੁੰਚ ਗਏ ਚੋਲਾ ਸਾਹਿਬ ਦੇ ਲਾਗੇ ਭਾਈ ਅਦਲੀ ਜੀ ਦੇ ਪਾਸ। ਭਾਈ ਅਦਲੀ ਜੀ ਦੀ ਸੰਗਤ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ। ਬਾਬਾ ਬਿਧੀ ਚੰਦ ਸਾਹਿਬ ਜੀ ਨੇ 5ਵੇਂ ਪਾਤਸ਼ਾਹ ਤੋਂ ਸਿੱਖੀ ਪ੍ਰਾਪਤ ਕੀਤੀ ਹੈ। 5ਵੇਂ ਪਾਤਸ਼ਾਹ ਜੀ ਦੀ ਚਰਨ ਪੌ ਲਈ ਬਾਬਾ ਬਿਧੀ ਚੰਦ ਸਾਹਿਬ ਜੀ। ਉਹ 5ਵੇਂ ਪਾਤਸ਼ਾਹ ਦੇ ਸਿੱਖ ਆ ਬਾਬਾ ਬਿਧੀ ਚੰਦ ਸਾਹਿਬ ਜੀ। ਬਾਅਦ ਵਿੱਚ 6ਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਤੇ ਮਹਾਰਾਜ ਸਾਹਿਬ 5ਵੇਂ ਪਾਤਸ਼ਾਹੀ ਦੀ ਐਸੀ ਬਖਸ਼ਿਸ਼ ਹੋਈ। ਗਰੀਬ ਨਵਾਜ਼ ਸਾਹਿਬ ਨੇ ਆਖਿਆ ਵੀ ਹੁਣ ਪਿਛਲੇ ਜੋ ਕੁਝ ਪਿੱਛੇ ਕੀਤਾ ਉਹ ਠੀਕ, ਹੁਣ ਨਹੀਂ ਕਰਨਾ ਉਹ ਕੁਝ, ਹੁਣ ਪਰਉਪਕਾਰ ਕਰਨਾ, ਸੇਵਾ ਸਿਮਰਨ ਵਾਲਾ ਜੀਵਨ ਬਣਾਉਣਾ ਆਪਣਾ। ਸਿੱਖੀ ਨਾਲ ਜੋੜ ਕੇ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪਰਉਪਕਾਰੀ ਬਣਾਇਆ ਤੇ ਬਹਾਦਰੀ ਤੇ ਉਹਨਾਂ ਦੇ ਅੰਦਰ ਹੈ ਸੀ ਪਹਿਲਾਂ ਵੀ, ਪਰ ਪਹਿਲਾਂ ਦੂਸਰੇ ਪਾਸੇ ਚੱਲਦੀ ਸੀ, ਪਹਿਲਾਂ ਹੋਰ ਪਾਸੇ ਨੂੰ ਉਹ ਵਹਿਣ ਵਹਿੰਦਾ ਸੀ। ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਗੁਰਸਿੱਖ ਬਣਾ ਕਰਕੇ ਇਹ ਆਖਿਆ ਤੁਸੀਂ ਪਰਉਪਕਾਰ ਕਰਨੇ, ਸੰਗਤ ਦੀ ਸੇਵਾ ਕਰਨੀ। ਤੇ ਜਿਹੜੇ 5 ਸਿੱਖ ਗਏ ਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ ਲਾਹੌਰ, ਸਤਿਗੁਰੂ ਜੀ ਪਾਲਕੀ ਸਾਹਿਬ ਦੇ ਵਿੱਚ ਬੈਠ ਕੇ ਗਏ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ, ਜਦੋਂ ਜਹਾਂਗੀਰ ਬਾਦਸ਼ਾਹ ਨੇ ਸੱਦਿਆ ਸੀ। ਤੇ ਉਹਨਾਂ 5 ਸਿੱਖਾਂ ਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਵੀ ਨਾਲ ਗਏ ਸਨ। ਇੱਕ ਬਾਬਾ ਬਿਧੀ ਚੰਦ ਜੀ, ਇੱਕ ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ ਤੇ ਭਾਈ ਲੰਗਾਹ ਜੀ। ਇਹ 5 ਸਿੱਖ ਗਏ ਸੀ ਮਹਾਰਾਜ ਦੇ ਨਾਲ। ਇਹਨਾਂ 5 ਸਿੱਖਾਂ ਨੂੰ ਸਾਹਮਣੇ ਕੈਦ ਕੀਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ। ਇਹਨਾਂ 5 ਸਿੱਖਾਂ ਦੇ ਸਾਹਮਣੇ 5 ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਦੇ ਉੱਤੇ ਚੰਦੂ ਪਾਪੀ ਤੇ ਮਰਤਜਾ ਖਾਂ ਉਹ ਤਸੀਹੇ ਦਿੰਦੇ ਰਹੇ ਮਹਾਰਾਜ ਸਾਹਿਬ ਜੀ। ਸਤਿਗੁਰੂ ਜੀ ਨੇ ਇਹਨਾਂ 5 ਸਿੱਖਾਂ ਦੇ ਸਾਹਮਣੇ ਜ਼ਬਰ ਜ਼ੁਲਮ ਨੂੰ ਸਬਰ ਤੇ ਸ਼ਾਂਤੀ ਦੇ ਨਾਲ ਆਪਣੇ ਸਰੀਰ ਤੇ ਝੱਲਿਆ। ਪਰ ਇਹਨਾਂ ਸਿੱਖਾਂ ਦੀ ਵਾਹ ਪੇਸ਼ ਕੋਈ ਨਹੀਂ ਸੀ ਜਾਂਦੀ, ਆਗਿਆ ਮੰਗਦੇ ਸੀ ਮਹਾਰਾਜ ਸਾਹਿਬ ਤੋਂ। ਤੇ ਸਤਿਗੁਰਾਂ ਨੇ ਆਖਿਆ ਗੁਰਸਿੱਖੋ ਵਾਹਿਗੁਰੂ ਦਾ ਭਾਣਾ ਵਾ, ਸ਼ਾਂਤ ਰਹੋ, ਧੀਰਜ ਰੱਖੋ, ਹੌਸਲਾ ਰੱਖੋ, ਸਮਾਂ ਆਵੇਗਾ ਉਸ ਮੌਕੇ ਤੇ ਤੁਸੀਂ ਸੇਵਾ ਕਰਿਓ। ਇਹਨਾਂ ਸਿੱਖਾਂ ਨੇ ਫਿਰ 6ਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਸਾਹਿਬਾਂ ਧਾਰਨ ਕਰਕੇ ਫਿਰ ਜੰਗ ਯੁੱਧ ਵੀ ਲੜੇ ਆ। ਇਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ 5 ਦਿਨ ਜਿਹੜੇ ਅਕੈ ਆਮ ਕੋਈ ਸਧਾਰਨ ਵਿਅਕਤੀ ਨਹੀਂ ਸੀ ਇਹ ਇਸ ਤਰ੍ਹਾਂ ਦੇ ਤਸੀਹੇ ਚੱਲ ਸਕਦਾ। ਕੋਈ ਤੱਤੀ ਲੋਹ ਤੇ ਚੌਂਕੜਾ ਲਾਉਣਾ ਸੌਖੀ ਗੱਲ ਨਾ, ਉਬਲਦੀ ਦੇਗ ਵਿੱਚ ਬੈਠਣਾ, ਸੀਸ ਵਿੱਚ ਤੱਤਾ ਰੇਤਾ ਪੈਣਾ, ਭੁੱਖੇ ਪਿਆਸੇ ਰੱਖਣਾ। ਸਿਪਾਹੀਆਂ ਨੂੰ ਕਹਿ ਦੇਣਾ ਚੰਦੂ ਪਾਪੀ ਨੇ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਨਾ ਪੀਣ ਵਾਸਤੇ ਜਲ ਦੇਣਾ ਤੇ ਨਾ ਛਕਣ ਵਾਸਤੇ ਪ੍ਰਸ਼ਾਦਾ ਦੇਣਾ ਤੇ ਨਾ ਇਹਨਾਂ ਨੂੰ ਲੰਮੇ ਹੀ ਪੈਣ ਦੇਣਾ, ਬਿਠਾ ਕੇ ਹੀ ਰੱਖਣਾ, ਨਾ ਇਹਨਾਂ ਨੂੰ ਸੌਣ ਹੀ ਦੇਣਾ। ਬੈਠਿਆਂ ਵੀ ਜੇ ਅੱਖ ਲੱਗੇ ਤੇ ਉਠਾਉਣਾ ਉਸੇ ਵੇਲੇ। ਜੇ ਪਾਣੀ ਦੀ ਘੁੱਟ ਮੰਗਣ ਤੇ 2 ਲੱਖ ਰੁਪਈਆ ਮੰਗਣਾ ਇਹਨਾਂ ਦੇ ਕੋਲ। ਜਹਾਂਗੀਰ ਬਾਦਸ਼ਾਹ ਨੇ ਆਖਿਆ ਸੀ ਵੀ ਇਹਨਾਂ ਨੇ ਬਾਗੀ ਮੇਰੇ ਪੁੱਤਰ ਅਮੀਰ ਖੁਸਰੋ ਨੂੰ ਪਨਾਹ ਦਿੱਤੀ, ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਆਪਣੇ ਲੰਗਰ 'ਚ ਪ੍ਰਸ਼ਾਦਾ ਛਕਾਇਆ, ਇਸ ਕਰਕੇ ਮੈਂ 2 ਲੱਖ ਰੁਪਈਆ ਇਹਨਾਂ ਨੂੰ ਜੁਰਮਾਨਾ ਲਾਉਣਾ। ਤੇ ਐਸਾ ਜ਼ਬਰ ਜ਼ੁਲਮ ਮਹਾਰਾਜ ਸਾਹਿਬ ਜੀ ਨੇ ਸ਼ਾਂਤ ਰਹਿ ਕਰਕੇ ਆਪਣੇ ਪਵਿੱਤਰ ਸਰੀਰ ਤੇ ਝੱਲਿਆ। ਤਾਂ ਉਹ ਗੁਰਸਿੱਖ ਆਪਾਂ ਗੱਲ ਕਰ ਰਹੇ ਗੁਰਮੁਖ ਦੀ, ਵੀ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਸ਼ਬਦ ਨਾਲ ਜੁੜ ਕੇ ਉੱਚਾ ਆਚਰਣ ਪ੍ਰਾਪਤ ਹੁੰਦਾ। ਕਿੱਡਾ ਉੱਚਾ ਆਚਰਣ ਬਣਿਆ ਬਾਬਾ ਬਿਧੀ ਚੰਦ ਸਾਹਿਬ ਜੀ ਦਾ। ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਕੇ ਚਰਨਾਂ ਵਿੱਚ ਪਹੁੰਚ ਕੇ ਹੀ ਬਣਿਆ ਨਾ। ਕਿੱਡੇ ਵੱਡੇ ਮਹਾਨ ਜਰਨੈਲ ਹੋਏ। ਫਿਰ 6ਵੇਂ ਪਾਤਸ਼ਾਹ ਨੇ ਸੇਵਾ ਤੇ ਖੁਸ਼ ਹੋ ਕਰਕੇ ਛਾਤੀ ਨਾਲ ਲਾ ਕੇ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਹੋਣ ਦਾ ਵਰਦਾਨ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤਾਂ ਬੇਅੰਤੀ ਗੁਰਸਿੱਖਾਂ ਨੂੰ ਗੁਰਮੁਖ ਬਣਾਇਆ। ਜਿਵੇਂ ਭਾਈ ਮੰਝ ਜੀ ਦਾ ਜ਼ਿਕਰ ਕੱਲ ਵੀ ਕੀਤਾ ਸੀ। ਭਾਈ ਮੰਝ ਜੀ, ਭਾਈ ਬਹਿਲੋ ਜੀ ਨੂੰ ਮਹਾਰਾਜ ਨੇ ਕਹਿ ਦਿੱਤਾ ਸੀ ਸੇਵਾ ਤੇ ਖੁਸ਼ ਹੋ ਕੇ 5ਵੇਂ ਪਾਤਸ਼ਾਹ ਨੇ
ਭਾਈ ਪਹਿਲੋਂ, ਸਭ ਤੋਂ ਪਹਿਲਾਂ। ਇਸੇ ਤਰ੍ਹਾਂ ਭਾਈ ਸਾਲੋ ਜੀ, ਭਾਈ ਸਾਲੋ ਜੀ ਦਾ ਟੋਭਾ, ਉਹਨਾਂ ਦਾ ਸਥਾਨ ਸੋਭਨੀਕ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੰਗਤਾਂ ਨਮਸਕਾਰ ਕਰਦੀਆਂ। ਉਸ ਗੁਰਸਿੱਖ ਨੇ ਵੀ ਮਹਾਨ ਸੇਵਾ ਕੀਤੀ, ਪੰਜਵੇਂ ਪਾਤਸ਼ਾਹੀ ਦੇ ਚਰਨਾਂ ਵਿੱਚ ਰਹੇ। ਬੇਅੰਤੀ ਗੁਰਸਿੱਖਾਂ ਨੇ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਗੁਰਮੁਖ ਪਾਈਐ ਸਬਦੇ ਆਚਾਰ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਗੁਰਮੁਖ ਆਪ ਵੀ ਗੁਰੂ ਕੀ ਸਿੱਖੀ ਨਾਲ ਜੁੜੇ ਹੋਏ ਆ, ਤੇ ਜਿਹੜਾ ਉਹਨਾਂ ਦੀ ਸੰਗਤ ਕਰ ਰਿਹਾ ਉਹਨਾਂ ਨੂੰ ਵੀ ਸ਼ਬਦ ਨਾਲ ਜੋੜਦੇ ਆ। ਤੇ ਗੁਰਮੁਖਾਂ ਦੀ ਸੰਗਤ ਵਿੱਚੋਂ ਗੁਰੂ ਕੇ ਸ਼ਬਦ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਨਾਲ ਜੁੜ ਕੇ ਉੱਚਾ ਜੀਵਨ, ਉੱਚਾ ਆਚਰਣ, ਉੱਚਾ ਕਰਤੱਵ ਪ੍ਰਾਪਤ ਹੁੰਦਾ ਹੈ। ਸਬਦ ਭੇਦ ਜਾਣੈ ਜਾਣਾਈ। ਗੁਰਮੁਖ ਗੁਰੂ ਕੀ ਸ਼ਰਨ ਵਿੱਚ ਰਹਿਣ ਵਾਲੇ, ਗੁਰੂ ਕੇ ਸ਼ਬਦ ਵਿੱਚ ਜੁੜ ਕਰਕੇ ਉਹ ਫਿਰ ਭੇਦ ਨੂੰ ਜਾਣਦੇ। ਉਹ ਵਾਹਿਗੁਰੂ ਪਰਮੇਸ਼ਰ ਦੇ ਜੋ ਇੱਕ ਮਿਕਤਾ ਨੂੰ, ਜੋ ਮਿਲਾਪ ਦੇ ਭੇਦ ਨੂੰ ਜਾਣਦੇ ਹਨ। ਗੁਰਮੁਖ ਬ੍ਰਹਮ ਦੇ ਭੇਦ ਨੂੰ, ਬ੍ਰਹਮ ਦੀ ਪ੍ਰਾਪਤੀ ਦੇ ਭੇਦ ਨੂੰ ਜਾਣਦੇ ਹਨ। ਆਪ ਵੀ ਜਾਣਦੇ ਆ ਵਾਹਿਗੁਰੂ ਦੀ ਪ੍ਰਾਪਤੀ ਦੇ ਭੇਦ ਨੂੰ, ਤੇ ਜਗਿਆਸੂਆਂ ਨੂੰ ਵੀ ਜਾਣ ਆਈ। ਜਗਿਆਸੂਆਂ ਨੂੰ ਵੀ, ਜਿਨ੍ਹਾਂ ਦੇ ਅੰਦਰ ਆਸਾ ਜਾਗੀ ਹੋਈ, ਉਹਨਾਂ ਨੂੰ ਵੀ ਜਣਾਉਂਦੇ ਆ। ਗੁਰੂ ਕੀ ਸ਼ਰਨ ਵਿੱਚ ਪੈ ਕੇ ਗੁਰਮੁਖਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੇ ਭੇਦ ਨੂੰ ਆਪ ਜਾਣਿਆ ਹੈ, ਤੇ ਦੂਸਰਿਆਂ ਨੂੰ ਵੀ, ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਜਣਾਇਆ ਹੈ। ਨਾਨਕ ਹਉਮੈ ਜਾਲ ਸਮਾਈ। ਮਹਾਰਾਜ ਕਹਿੰਦੇ ਗੁਰਮੁਖਾਂ ਨੇ ਹਉਮੈ ਨੂੰ ਜਾਲ ਦਿੱਤਾ, ਹਉਮੈ ਨੂੰ ਸਾੜ ਦਿੱਤਾ। ਹਉਮੈ ਨੂੰ ਸਾੜ ਕਰਕੇ ਸਮਾਈ ਹੋ ਗਈ ਪਰਮੇਸ਼ਰ ਦੇ ਵਿੱਚ ਗੁਰਮੁਖਾਂ ਦੀ। ਗੁਰਮੁਖ ਹਉਮੈ ਨਹੀਂ ਕਰਦੇ, ਹਉਮੈ ਨੂੰ ਮੇੜ ਦਿੱਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਅਨੇਕਾਂ ਗੁਰਮੁਖ ਤਿਆਰ ਕੀਤੇ, ਅਨੇਕਾਂ ਗੁਰਮੁਖਾਂ ਨੂੰ ਐਸਾ ਉੱਚਾ ਜੀਵਨ, ਉੱਚਾ ਆਚਰਣ ਬਖਸ਼ਿਆ। ਉਹਨਾਂ ਸਤਿਗੁਰਾਂ ਨੇ ਇਹ ਹਉਮੈ ਨੂੰ ਸਾੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਅਨੇਕਾਂ ਗੁਰਮੁਖਾਂ ਦੇ ਅੰਦਰੋਂ, ਗੁਰਸਿੱਖਾਂ ਦੇ ਅੰਦਰੋਂ ਹਉਮੈ ਨੂੰ ਸਾੜ ਦਿੱਤਾ। ਤੇ ਸਤਿਗੁਰੂ ਜੀ ਦਾ ਆਪਣਾ ਜੀਵਨ ਪੜ੍ਹੀਏ ਤੇ ਮਹਾਰਾਜ ਕਿੰਨੀ ਨਿਮਰਤਾ ਦੇ ਵਿੱਚ ਹਨ। ਗੁਰੂ ਕੇ ਬਚਨਾਂ ਵਿੱਚੋਂ ਨਿਮਰਤਾ ਸਾਧ ਸੰਗਤ ਜੀ ਕਿਵੇਂ ਡੁੱਲ ਡੁੱਲ ਪੈਂਦੀ ਹੈ। ਗੁਰੂ ਕੇ ਬੋਲਾਂ ਦੇ ਵਿੱਚੋਂ ਕੀਰਤਨ ਸੋਹਿਲਾ ਆਪਾਂ ਪੜ੍ਹਦੇ ਹਾਂ, ਸੌਣ ਲੱਗਿਆਂ, ਤੇ ਅੰਤਲੀਆਂ ਪੰਕਤੀਆਂ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਕਿਹੈ ਸੁਖ ਮੰਗੈ, ਮੋਕਾ ਕਰ ਸੰਤਨ ਕੀ ਧੂਰੇ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ। ਫਿਰ ਆਪ ਉਚਾਰਦੇ ਆ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸੁਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ। ਐਸੀ ਸਾਧ ਸੰਗਤ ਜੀ ਨਿਮਰਤਾ। ਤੋ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਗੁਰਸਿੱਖਾਂ ਦੇ ਚਰਨ ਵੀ ਘੁੱਟਦੇ ਆ। ਇਤਿਹਾਸ ਵਿੱਚ ਜ਼ਿਕਰ ਹੈ, ਸੰਗਤ ਆਈ ਹੈ ਦੂਰੋਂ ਚੱਲ ਕੇ, ਪੈਦਲ ਸਫ਼ਰ ਕੀਤਾ, ਜਿੱਥੇ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਉੱਥੇ ਇੱਕ ਪਿਛਾਂ ਹੀ ਪੜਾ ਲਾ ਲਿਆ ਵੀ ਹੁਣ ਥੱਕੇ ਟੁੱਟੇ ਪਏ ਆ, ਸਫ਼ਰ ਕੀਤਾ ਵਾ, ਚਲ ਸਵੇਰੇ ਉੱਠ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਜਾ ਕੇ। ਗੁਰੂ ਦਰਬਾਰ ਵਿੱਚ ਪਹੁੰਚ ਕੇ ਅੰਤਰਜਾਮੀ ਸਤਿਗੁਰੂ ਕੀ ਸੰਗਤ ਦਾ ਜਥਾ ਆਇਆ। ਬੱਚੇ ਵੀ ਆ ਸੰਗਤ ਵਿੱਚ, ਬਜ਼ੁਰਗ ਵੀ ਆ, ਤੇ ਮਾਈਆਂ ਵੀ ਆ, ਧੀਆਂ ਭੈਣਾਂ ਵੀ। ਆਪਣੇ ਮਹਿਲਾਂ ਨੂੰ ਆਖਿਆ, ਮਾਤਾ ਗੰਗਾ ਜੀ, ਸਾਡੇ ਪੂਜਨੀਕ ਮਾਤਾ ਜੀ, ਗੁਰੂ ਕੇ ਧਰਮ ਪਤਨੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਗੰਗਾ ਜੀ ਸੰਗਤ ਆਈ, ਸੰਗਤ ਦਾ ਜਥਾ, ਤੇ ਆਪਾਂ ਸੇਵਾ ਕਰੀਏ ਚੱਲ ਕੇ ਸੰਗਤ। ਤੇ ਦਾਲ ਸਬਜ਼ੀ ਵਾਲਾ ਜਿਹੜਾ ਭਾਂਡਾ ਹੈ ਉਹ ਮਾਤਾ ਜੀ ਨੂੰ ਫੜਾਇਆ। ਆਪ ਪ੍ਰਸ਼ਾਦਿਆਂ ਦਾ ਟੋਕਰਾ ਮਹਾਰਾਜ ਸਾਹਿਬ ਜੀ ਨੇ ਲਿਆ। ਨਾਲ ਕੁਝ ਗੁਰਸਿੱਖ ਵੀ ਚੱਲ ਪਏ। ਤੇ ਮਹਾਰਾਜ ਸਾਹਿਬ ਜੀ ਨੇ, ਰਾਤ ਦਾ ਸਮਾਂ ਸੀ, ਹਨੇਰਾ, ਤੇ ਜਾ ਕੇ ਸੰਗਤ ਨੂੰ ਉੱਥੇ ਹੀ ਪ੍ਰਸ਼ਾਦੇ ਛਕਾਏ। ਪ੍ਰਸ਼ਾਦੇ ਛਕਾਏ ਸੰਗਤ ਨੂੰ।
ਤੇ ਪ੍ਰਸ਼ਾਦੇ ਛਕਾਉਣ ਤੋਂ ਬਾਅਦ ਸੰਗਤ ਨੂੰ ਪੱਖਾ ਵੀ ਚੱਲਿਆ। ਤੇ ਐਸਾ ਵੀ ਇਤਿਹਾਸ ਵਿੱਚ ਲਿਖਿਆ, ਬਜ਼ੁਰਗਾਂ ਦੀਆਂ ਲੱਤਾਂ ਵੀ ਘੁੱਟੀਆਂ। ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ, ਰਾਤ ਦਾ ਹਨੇਰਾ ਸੀ ਨਾ, ਤੇ ਅੱਜ ਵਰਗਾ ਤੇ ਸਮਾਂ ਨਹੀਂ ਸੀ, ਲਾਈਟ ਤੇ ਉਦੋਂ ਹੁੰਦੀ ਨਹੀਂ ਸੀ, ਦੀਵੇ ਦੂਵੇ ਬਾਲ ਕੇ ਚਾਨਣਾ ਕੀਤਾ ਜਾਂਦਾ ਸੀ, ਮਸਾਲਾ ਬਾਲ। ਤਾਂ ਰਾਤ ਦੇ ਹਨੇਰੇ ਦੇ ਵਿੱਚ ਉੱਥੇ ਬਜ਼ੁਰਗਾਂ ਦੀਆਂ ਲੱਤਾਂ ਵੀ ਘੁੱਟੀਆਂ, ਮੁੱਠੀ ਚਾਪੀ ਵੀ ਕੀਤੀ। ਪੱਖਾ ਫੇਰੀ, ਪਾਣੀ ਢੋਵਾ, ਹਰ ਜਨ ਕੇ ਪੀਸਣ ਪੀਸ ਕਮਾਵਾ। ਜਿਹੜੇ ਬਚਨ ਬਾਣੀ 'ਚ ਉਚਾਰਨ ਕੀਤੇ ਆ, ਉਹ ਮਹਾਰਾਜ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਕੀਤਾ। ਤਾਂ ਦਿਨੇ ਉਹਨਾਂ ਗੁਰਸਿੱਖਾਂ ਨੂੰ, ਸੰਗਤਾਂ ਨੂੰ ਪਤਾ ਲੱਗਾ ਸੀ ਵੀ ਰਾਤ ਜੋ ਆਪਣੀ ਸੇਵਾ ਕਰਦੇ ਰਹੇ ਆ, ਖਿਆਲ ਕਰਦੇ ਸੀ ਵੀ ਪਤਾ ਨਹੀਂ ਕਿਹੜਾ ਨੌਜਵਾਨ ਆਇਆ, ਬੜੀ ਸੇਵਾ ਕੀਤੀ। 18 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਬੈਠੇ ਸਨ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। 24 ਸਾਲ ਤੇ 9 ਮਹੀਨੇ ਮਹਾਰਾਜ ਨੇ ਪਾਵਨ ਸਰੀਰ ਵਿੱਚ ਵਿਚਰਦਿਆਂ ਗੁਰਿਆਈ ਕੀਤੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। 43 ਸਾਲ 1 ਮਹੀਨਾ ਤੇ 15 ਦਿਨ ਸਾਰੀ ਸਰੀਰ ਕਾਰ ਬਲਾ ਹੋਈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਸ਼ਬਦ ਕਰਕੇ ਅੱਜ ਵੀ ਸਤਿਗੁਰੂ ਜੀ ਅਮਰ ਅਬਿਨਾਸੀ ਆ, ਕਿਰਪਾ ਕਰ ਰਹੇ ਆ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਜ। ਜਿਹਨੇ ਪਤਾ ਲੱਗਾ ਸੀ ਸੰਗਤ ਨੂੰ ਵੀ ਰਾਤ ਸਾਪਣੀ ਸੇਵਾ ਤੇ ਮਾਤਾ ਗੰਗਾ ਜੀ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਕਰਦੇ ਰਹੇ, ਜਿਨ੍ਹਾਂ ਨੇ ਆਪ ਸਾਧ ਸੰਗਤ ਜੀ ਐਸੀ ਨਿਮਰਤਾ ਧਾਰਨ ਕੀਤੀ। ਉਹਨਾਂ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਵੀ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਸ਼ਬਦ ਨਾਲ ਜੋੜ ਕਰਕੇ ਹਉਮੈ ਨੂੰ ਅੰਦਰੋਂ ਗੁਰਸਿੱਖਾਂ ਦੇ ਸਾੜਿਆ ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਅਭੇਦਤਾ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਨਾਨਕ ਹਉਮੈ ਜਾਲ ਸਮਾਈ। ਗੁਰਮੁਖ ਗੁਰੂ ਕੇ ਉਪਦੇਸ਼ ਨੂੰ ਲੈ ਕੇ ਹਉਮੈ ਨੂੰ ਸਾੜ ਕੇ ਤੇ ਵਾਹਿਗੁਰੂ ਦੇ ਵਿੱਚ ਸਮਾਈ ਕਰਦੇ ਆ, ਅਭੇਦ ਹੁੰਦੇ ਹਨ। ਗੁਰਮੁਖ ਧਰਤੀ ਸਾਚੈ ਸਾਜੀ। ਗੁਰਮੁਖਾਂ ਨੂੰ ਗੁਰੂ ਕੇ ਉਪਦੇਸ਼ ਦੁਆਰਾ ਪ੍ਰਾਪਤ ਇਹ ਪਤਾ ਲੱਗਦਾ ਹੈ ਕਿ ਇਹ ਧਰਤੀ ਜੋ ਇਹ ਸੱਚੇ ਨੇ ਸਾਜੀ ਹੋਈ ਹੈ। ਇਹ ਧਰਤੀ ਨਾ ਇਹ ਸੱਚੇ ਨੇ ਸਾਜੀ ਹੈ। ਸੱਚਾ ਕੌਣ ਹੈ? ਪਰਮੇਸ਼ਰ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਧਰਤੀ ਸੱਚੇ ਨੇ ਸਾਜੀ ਹੈ ਤੇ ਧਰਤੀ ਇਹ ਧਰਮਸ਼ਾਲਾ ਰੂਪੀ ਬਣਾਈ ਹੈ। ਜਿਵੇਂ ਜਗਤ ਗੁਰੂ ਜੀ ਦਾ ਹੀ ਬਚਨ ਹੈ, ਮਹਾਰਾਜ ਕਹਿੰਦੇ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲ ਦਾ ਮਤਲਬ ਹੁੰਦਾ ਧਰਮ ਦਾ ਘਰ, ਧਰਮਸ਼ਾਲਾ ਜਿੱਥੋਂ ਧਰਮ ਸਿੱਖਿਆ ਜਾਵੇ, ਜਿੱਥੇ ਧਰਮ ਕਮਾਇਆ ਜਾਵੇ, ਜਿੱਥੇ ਧਰਮ ਦੇ ਧਾਰਨੀ ਹੋਈਏ। ਮਹਾਰਾਜ ਕਹਿੰਦੇ ਧਰਤੀ ਸਾਰੀ ਧਰਮਸ਼ਾਲਾ ਵਾ, ਇੱਥੇ ਤੇ ਧਰਮ ਕਮਾਉਣ ਵਾਸਤੇ ਆਏ ਅਸੀਂ, ਧਰਤੀ ਦੇ ਉੱਤੇ ਧਰਮੀ ਬਣਨ ਵਾਸਤੇ ਆਏ। ਇਹ ਸਾਰੀ ਧਰਤੀ ਮਹਾਰਾਜ ਕਹਿੰਦੇ ਧਰਮਸ਼ਾਲਾ ਵਾ, ਧਰਮ ਕਮਾਉਣ ਦੀ ਜਗ੍ਹਾ ਵਾ, ਧਰਮ ਦੇ ਧਾਰਨੀ ਹੋਣ ਦਾ ਘਰ ਵਾ। ਇਹ ਗੁਰਮੁਖਾਂ ਨੂੰ ਪਤਾ ਲੱਗਾ ਵੀ ਧਰਤੀ ਸੱਚੇ ਨੇ ਸਾਜੀ ਆ, ਵਾਹਿਗੁਰੂ ਨੇ ਸਾਜੀ, ਤੇ ਧਰਤੀ ਧਰਮਸ਼ਾਲਾ ਰੂਪ ਹੈ, ਇਹਦੇ ਤੇ ਧਰਮੀ ਬਣਨਾ ਹੈ। ਤੇ ਸੱਚਾ ਪਰਮੇਸ਼ਰ ਹੈ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚੇ ਵਾਹਿਗੁਰੂ ਦੀ ਸਾਜੀ ਹੋਈ ਬਣਾਈ ਹੋਈ ਧਰਤੀ ਹੈ। ਇਸ ਮਹਿ ਓਪਤ ਖਪਤ ਸੁਬਾਜੀ। ਤੇ ਇਸ ਧਰਤੀ ਦੇ ਵਿੱਚ ਹੀ ਪਰਮੇਸ਼ਰ ਵਾਹਿਗੁਰੂ ਜੀਵਾਂ ਦੀ ਓਪਤ ਉਤਪਤੀ ਕਰਦੇ, ਪਦੈਸ਼ ਕਰਦੇ ਆ। ਇਸ ਧਰਤੀ ਦੇ ਵਿੱਚ ਹੀ ਉਤਪਤੀ ਹੁੰਦੀ ਆ, ਇਸ ਧਰਤੀ ਦੇ ਵਿੱਚ ਹੀ ਖਪਤ ਸਮਾਪਤੀ ਹੁੰਦੀ ਹੈ। ਖਪ ਜਾਂਦੇ ਸਾਰੇ, ਸਮਾਪਤ ਹੋ ਜਾਂਦੇ, ਪਰਲੋ ਹੁੰਦੀ ਹੈ। ਸੋ ਬਾਜੀ, ਇੱਕ ਬਾਜੀ, ਇੱਕ ਖੇਲ ਰਚੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਨੇ। ਸ੍ਰਿਸ਼ਟੀ ਨੂੰ ਪੈਦਾ ਕਰਨਾ, ਫਿਰ ਖਤਮ ਕਰਨਾ। ਇਹ ਧਰਤੀ ਦੇ ਵਿੱਚ ਹੀ ਉਤਪਤੀ ਹੋ ਰਹੀ ਹੈ ਤੇ ਸਮਾਪਤੀ ਹੋ ਰਹੀ ਹੈ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਮਹਾਰਾਜ ਕਹਿੰਦੇ, ਭਾਈ ਜਿਹੜਾ ਜੀਵ ਗੁਰੂ ਕੇ ਸ਼ਬਦ ਦੇ ਵਿੱਚ ਜੁੜਦਾ ਹੈ, ਉਹ ਰਪੈ ਰੰਗਿਆ ਜਾਂਦਾ ਹੈ, ਉਹਨੂੰ ਨਾਮ ਦਾ ਰੰਗ ਚੜ੍ਹਦਾ ਹੈ। ਗੁਰੂ ਕੇ ਸ਼ਬਦ ਵਿੱਚ ਜੁੜਨ ਵਾਲਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ, ਆਪ ਵੀ ਰੰਗਿਆ ਜਾਂਦਾ ਤੇ ਰੰਗ ਲਾਏ।
ਦੂਸਰਿਆਂ ਨੂੰ ਵੀ ਰੰਗ ਲਾਉਂਦਾ। ਰੰਗਿਆ ਹੋਇਆ ਮਾਰੇ ਕਹਿੰਦੇ ਫਿਰ ਦੂਜੇ ਨੂੰ ਵੀ ਰੰਗਦਾ। ਜਿਹੜਾ ਪਹਿਲਾਂ ਰਪੈ ਆਇਆ ਨਾ, ਉਹਦਾ ਮਤਲਬ ਹੈ ਵੀ ਸ਼ਬਦ ਵਿੱਚ ਜੁੜਨ ਵਾਲਾ ਆਪ ਰੰਗਿਆ ਜਾਂਦਾ। ਜੋ ਅੱਗੇ ਆ ਰੰਗ ਲਾਏ, ਉਹਦਾ ਭਾਵ ਆ ਵੀ ਉਹ ਦੂਸਰਿਆਂ ਨੂੰ ਵੀ ਰੰਗ ਲਾਉਂਦਾ। ਫਿਰ ਰੰਗਿਆ ਹੋਇਆ ਦੂਜਿਆਂ ਨੂੰ ਵੀ ਰੰਗਦਾ। ਜੋ ਆਪ ਜਪਦਾ ਹੈ ਦੂਸਰਿਆਂ ਨੂੰ ਵੀ ਜਪਾਉਂਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿੰਨੇ ਗੁਰਸਿੱਖਾਂ ਨੂੰ ਰੰਗਿਆ ਸਾਧ ਸੰਗਤ ਜੀ ਨਾਮ ਬਾਣੀ ਦੇ ਨਾਲ। ਤੇ ਉਹਨਾਂ ਗੁਰਸਿੱਖਾਂ ਨੇ ਫਿਰ ਅੱਗੇ ਕਿੰਨਿਆਂ ਨੂੰ ਰੰਗ ਲਾਇਆ। ਮਹਾਰਾਜ ਸਾਹਿਬ ਜੀ ਨੇ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਿੱਖੀ ਕਾਲ ਦਾ ਇਹ ਮੱਧ ਕਾਲ ਦਾ ਸਮਾਂ ਬਣ ਜਾਂਦਾ ਪੰਜਵੇਂ ਪਾਤਸ਼ਾਹ ਵੇਲੇ। 10 ਸਰੂਪ ਧਾਰਨ ਕੀਤੇ ਧੰਨ ਗੁਰੂ ਅਰਜਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਤੇ ਵਿਚਕਾਰਲਾ ਸਮਾਂ ਪੰਜਵੇਂ ਪਾਤਸ਼ਾਹ ਦਾ ਬਣਦਾ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਭੇਜ ਕੇ ਤੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਵੱਡੇ ਤੌਰ ਤੇ ਕਰਵਾਇਆ। ਔਰ ਸਿੱਖਾਂ ਨੂੰ ਵੱਡੇ ਅਸਥਾਨ ਬਖਸ਼ਿਸ਼ ਕੀਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਆਪ ਜੀ ਨੇ ਕਰਵਾਈ। ਔਰ ਹਰੇਕ ਕੌਮ ਵਾਸਤੇ ਕਹਿੰਦੇ ਵੀ ਇੱਕ ਆਪਣਾ ਕੇਂਦਰੀ ਸਥਾਨ ਚਾਹੀਦਾ ਹੈ, ਇੱਕ ਆਪਣਾ ਧਾਰਮਿਕ ਗ੍ਰੰਥ ਚਾਹੀਦਾ ਹੈ, ਫਿਰ ਉਹ ਕੌਮ ਜਿਹੜੀ ਹੈ ਉਹ ਸਿਖਰਾਂ ਤੇ ਪਹੁੰਚਦੀ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹ ਦੋਵੇਂ ਕਾਰਜ ਕੀਤੇ। ਸਾਰੀ ਬਾਣੀ ਇਕੱਤਰ ਕਰਕੇ ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਪੋਥੀਆਂ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤੋਂ ਲਿਜਾ ਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਸਾਰੀ ਬਾਣੀ ਲਿਖਾਈ ਤੇ ਪਾਵਨ ਸਰੂਪ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ, ਕੇਂਦਰੀ ਸਥਾਨ ਬਖਸ਼ਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਇਹ ਜਿਹੜੇ ਵੱਡੇ ਕਾਰਜ ਕੀਤੇ ਨਾ, ਇਹੀ ਜ਼ਾਲਮ ਸਰਕਾਰ ਨੂੰ ਚੁਭਦੇ ਸਨ। ਸਭ ਤੋਂ ਮੁੱਖ ਕਾਰਨ ਇਹ ਸੀ। ਬਾਕੀ ਵੀ ਠੀਕ ਹੈ, ਕਾਰਨ ਬਣੇ। ਬਾਬਾ ਪ੍ਰਿਥੀ ਚੰਦ ਨੇ ਵੀ ਈਰਖਾ ਕੀਤੀ। ਚੰਦੂ ਨੇ ਵੀ ਜਿਸ ਦੀ ਪੁੱਤਰੀ ਦਾ ਰਿਸ਼ਤਾ ਮੋੜਿਆ ਸੀ, ਉਹਦੇ ਹੰਕਾਰੀ ਹੋਣ ਕਰਕੇ ਉਹ ਆਪਣੇ ਆਪ ਨੂੰ ਚਵਾਰਾ ਦੱਸਦਾ ਸੀ, ਗੁਰੂ ਘਰ ਨੂੰ ਮੋਰੀ ਦੱਸਦਾ ਸੀ। ਲਾਗੀਆਂ ਨੂੰ ਕਹਿੰਦਾ ਸੀ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖ ਕੇ ਗਏ ਸਨ, ਉਹਨਾਂ ਜਾ ਕੇ ਦੱਸਿਆ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਹੇ ਚੰਦੂ ਦੀਵਾਨ ਤੇਰੀ ਧੀ ਦਾ ਰਿਸ਼ਤਾ ਗੱਲ ਕਰਕੇ ਆਏ ਆ, ਰਿਸ਼ਤਾ ਕਰ ਆਏ ਵੀ ਰਿਸ਼ਤੇ ਦੀ ਗੱਲ ਕਰਕੇ ਆਏ ਆ, ਸ਼ਗਨ ਲਾਉਣਾ ਸੀ ਹਲੇ ਬਾਅਦ ਵਿੱਚ। ਮਹਾਰਾਜ ਨੇ ਆਗਿਆ ਦੇ ਦਿੱਤੀ ਸੀ ਪੰਜਵੇਂ ਪਾਤਸ਼ਾਹ ਨੇ। ਚੰਦੂ ਦੀਵਾਨ ਨੂੰ ਉਹਨਾਂ ਜਾ ਕੇ ਦੱਸਿਆ ਸੀ ਵੀ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਜਿਨ੍ਹਾਂ ਦੀ ਸਰੀਰ ਕਾਰਬਲਾ 9 ਸਾਲ ਦੀ ਆ। ਉਦੋਂ ਛੋਟੀ ਉਮਰ ਦੇ ਵਿੱਚ ਹੀ ਇਹ ਮੰਗਣੇ ਕਰਦੇ ਹੁੰਦੇ ਸਨ। ਇੰਨੀ ਕੁ ਉਮਰ ਚੰਦੂ ਦੀ ਪੁੱਤਰੀ ਦੀ ਸੀ। ਆਖਿਆ ਵੀ 9 ਸਾਲ ਦੀ ਉਮਰ ਵਾ। ਇਹ ਉਸ ਸਾਲ ਦੀ ਗੱਲ ਹੈ ਜਦੋਂ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕਰਵਾਇਆ ਸੀ 1604 ਈਸਵੀ, 1661 ਬਿਕਰਮੀ ਸੰਮਤ। ਉਸੇ ਸਾਲ ਵਿੱਚ ਹੀ ਇਹ ਰਿਸ਼ਤਾ ਆਇਆ ਸੀ ਚੰਦੂ ਦੀਵਾਨ ਦੀ ਪੁੱਤਰੀ ਦਾ। ਜਦੋਂ ਇਹ ਗੱਲ ਦੱਸੀ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਿਸ਼ਤੇ ਦੀ ਗੱਲ ਕਰਕੇ ਆਏ ਆ, ਹੰਕਾਰੀ ਚੰਦੂ ਦੀਵਾਨ ਨੇ ਆਖਿਆ ਵੀ ਕਿੱਥੇ ਮੈਂ ਬਾਦਸ਼ਾਹ ਦਾ ਦੀਵਾਨ, ਬਾਦਸ਼ਾਹ ਦਾ ਵਜ਼ੀਰ ਵੱਡਾ, ਕਿੱਥੇ ਉਹ ਗੁਰੂ ਨਾਨਕ ਸਾਹਿਬ ਦਾ ਘਰ। ਕਹਿੰਦਾ ਵੀ ਮੇਰੀ ਵਡਿਆਈ ਵੱਡੀ। ਕਹਿੰਦਾ ਇਹ ਰਿਸ਼ਤਾ ਤੁਸੀਂ ਇਸ ਤਰ੍ਹਾਂ ਕਰਕੇ ਆਏ ਹੋ, ਇਹ ਗੱਲ ਇਸ ਤਰ੍ਹਾਂ ਕਰਕੇ ਆਏ ਹੋ ਜਿਵੇਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣ ਵਾਲੀ ਗੱਲ। ਕਹਿੰਦਾ ਚੁਬਾਰੇ ਦੀ ਇੱਟ, ਮੇਰੀ ਧੀ ਤਾਂ ਚੁਬਾਰੇ ਦੀ ਇੱਟ ਵਾਂਗੂ। ਕਹਿੰਦਾ ਕਿਸੇ ਬਾਦਸ਼ਾਹ ਦੇ ਇਸੇ ਤਰੀਕੇ ਦੀਵਾਨ ਦੇ ਘਰੇ ਹੀ ਰਿਸ਼ਤਾ ਹੁੰਦਾ ਤੇ ਤਾਂ ਸੀ। ਕਹਿੰਦਾ ਵੀ ਚੁਬਾਰੇ ਦੀ ਇੱਟ ਚੁਬਾਰੇ ਨੂੰ ਲੱਗਣੀ ਚਾਹੀਦੀ ਸੀ, ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣ ਦੀ ਗੱਲ ਕਰਕੇ ਆਏ ਹੋ। ਫਿਰ ਸੰਗਤ ਨੇ ਚਿੱਠੀ ਲਿਖੀ ਸੀ ਦਿੱਲੀੋਂ, ਉਧਰੋਂ ਸ਼ਗਨ ਵਾਲੀ ਫਲਾਂ ਵਾਲੀ ਟੋਕਰੀ ਵੀ ਆ ਗਈ ਸੀ, ਬਿਠਾ ਵੀ ਲਿਆ ਸੀ ਸ੍ਰੀ ਹਰਗੋਬਿੰਦ ਸਾਹਿਬ ਨੂੰ, ਸ਼ਗਨ ਲੱਗ ਵੀ ਚੱਲਿਆ ਸੀ। ਸਿੱਖ ਚਿੱਠੀ ਲੈ ਕੇ ਪਹੁੰਚਿਆ ਸੀ, ਉਹਨੇ ਆਖਿਆ ਸੀ ਮਹਾਰਾਜ ਆ ਚਿੱਠੀ ਪਹਿਲੋਂ ਪੜ੍ਹ ਲਓ ਫਿਰ ਸ਼ਗਨ ਲਾਇਓ। ਜਦੋਂ ਚਿੱਠੀ ਪੜ੍ਹੀ ਉਹ 'ਚ ਲਿਖਿਆ ਸੀ ਮਹਾਰਾਜ ਨੇ ਗੁਰੂ ਘਰ ਨੂੰ ਮੋਰੀ ਦੱਸਿਆ।
ਆਪਣੇ ਆਪ ਨੂੰ ਚਵਾਰਾ ਆਖਿਆ, ਹੰਕਾਰੀ ਦੀ ਪੁੱਤਰੀ ਦਾ ਰਿਸ਼ਤਾ ਨਹੀਂ ਲੈਣਾ। ਫਿਰ ਰਿਸ਼ਤਾ ਮੋੜਿਆ ਸੀ, ਉਹ ਵੀ ਈਰਖਾ ਕਰਦਾ ਸੀ। ਇੱਕ ਕਾਰਨ ਇਹ ਵੀ ਸੀ, ਬਾਬਾ ਪ੍ਰਿਥੀ ਚੰਦ ਪਹਿਲੋਂ ਚੜ੍ਹਾਈ ਕਰ ਗਏ ਸੀ, ਪਰ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਹਾਰਾਜ ਸਾਹਿਬ ਜੀ ਦੇ ਵਿਰੋਧ ਵਿੱਚ ਚੱਲਣਾ ਕੀਤਾ। ਪਰ ਸਭ ਤੋਂ ਵੱਡਾ ਜਿਹੜਾ ਕਾਰਨ ਸੀ ਨਾ, ਉਹ ਜਹਾਂਗੀਰ ਆਪ ਹੀ ਸੀ, ਜਹਾਂਗੀਰ ਬਾਦਸ਼ਾਹ। ਉਹ ਕਹਿੰਦਾ ਸੀ ਕਿਉਂਕਿ ਕੋਈ ਵੀ ਸਰਕਾਰ ਹੈ, ਕੋਈ ਵੀ ਧਰਮ ਹੈ, ਉਹ ਦੂਸਰੇ ਨੂੰ ਵਾਧਾ ਫੁੱਲਦਿਆਂ ਵੇਖ ਕਰਕੇ ਤੇ ਫਿਰ ਈਰਖਾ ਦਾ ਗਰਸਿਆ ਜਾਂਦਾ। ਜਹਾਂਗੀਰ ਬਾਦਸ਼ਾਹ ਐਸਾ ਤਵਸਬੀ ਸੀ, ਐਸਾ ਈਰਖਾਲੂ ਸੀ। ਉਹਨੇ ਆਪ ਲਿਖਿਆ ਵੀ ਮਹਾਰਾਜ ਦੇ ਘਰ ਦੀ ਬਹੁਤ ਨਿੰਦਿਆ ਕਰਦਿਆਂ ਆ, ਗੁਰੂ ਘਰ ਦੀ। ਉਹਨੇ ਆਖਿਆ ਵੀ ਮੈਂ ਤਾਂ ਬੜੇ ਚਿਰ ਦਾ ਖਤਮ ਕਰਨਾ ਚਾਹੁੰਦਾ ਸਾਂ। ਤੋ ਇਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਇਹੀ ਜ਼ਾਲਮ ਸਰਕਾਰਾਂ ਤੋਂ ਨਹੀਂ ਜਰਿਆ ਗਿਆ ਸੀ। ਤੋ ਕੱਲ ਨੂੰ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਸਾਰੀਆਂ ਬਾਕੀ ਵਿਚਾਰਾਂ ਸਾਂਝੀਆਂ ਹੋਣਗੀਆਂ। ਇਸੇ ਤਰ੍ਹਾਂ ਜੇ ਮਹਾਂਪੁਰਖ ਪਹੁੰਚੇ ਤਾਂ ਫਿਰ ਮਹਾਂਪੁਰਖ ਸਰਵਣ ਕਰਵਾਉਣਗੇ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਸਾਧ ਸੰਗਤ ਜੀ, ਗੁਰਸਿੱਖਾਂ ਨੂੰ ਨਾਮ ਬਾਣੀ ਦਾ ਰੰਗ ਚਾੜਿਆ। ਤਾਂ ਫਿਰ ਪੜੋ ਪੰਕਤੀ ਜੀ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਗੁਰੂ ਕੇ ਸ਼ਬਦ ਨਾਲ ਰੰਗੇ ਜਾਂਦੇ ਆ ਨਾ, ਉਹ ਹੋਰਨਾਂ ਨੂੰ ਵੀ ਰੰਗ ਲਾਉਂਦੇ ਆ। ਨਾਮ ਦਾ, ਬਾਣੀ ਦਾ ਪ੍ਰੇਮ ਰੰਗ ਲਾਉਂਦੇ ਹਨ। ਸਾਚ ਰਤਾ ਪਤ ਸਿਓ ਘਰ ਜਾਏ। ਜਿਹੜਾ ਸੱਚ ਨਾਲ ਰੰਗਿਆ ਜਾਂਦਾ ਨਾ, ਸੱਚੇ ਨਾਮ ਨਾਲ, ਉਹ ਫਿਰ ਇੱਜ਼ਤ ਦੇ ਸਹਿਤ ਆਪਣੇ ਘਰ ਨੂੰ ਜਾਂਦਾ, ਦਰਗਾਹ ਨੂੰ ਜਾਂਦਾ, ਪਰਲੋਕ ਰੂਪੀ ਘਰ ਨੂੰ ਜਾਂਦਾ। ਫਿਰ ਉਹਦੇ ਵਾਸਤੇ ਕਿਹਾ ਜਾਂਦਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪੇੜ ਮੱਲਿਆ। ਸਾਚ ਸ਼ਬਦ ਬਿਨ ਪਤ ਨਹੀਂ ਪਾਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ, ਸੱਚੇ ਗੁਰੂ ਕੇ ਸ਼ਬਦ ਤੋਂ ਬਿਨਾ ਪਤ ਨਹੀਂ ਪ੍ਰਾਪਤ ਕਰ ਸਕਦਾ ਕੋਈ ਵੀ ਜੀ। ਪਤ, ਇੱਜ਼ਤ, ਪ੍ਰਤਿਸ਼ਠਾ ਸੱਚੇ ਗੁਰੂ ਕੇ ਉਪਦੇਸ਼ ਨਾਲ ਜੁੜਿਆ ਹੀ ਪ੍ਰਾਪਤ ਹੁੰਦੀ ਹੈ। ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ। ਅਖੀਰਲੇ ਪੰਕਤੀ 'ਚ ਕਹਿੰਦੇ ਆ ਕਿ ਬਿਨਾ ਨਾਮ ਤੋਂ ਜੇ ਜੀਵ ਨਾਮ ਨਹੀਂ ਨਾ ਜਪਦਾ, ਕਿਉ ਸਾਚ ਸਮਾਵੇ। ਕਿਵੇਂ ਸੱਚ ਵਿੱਚ ਅਭੇਦ ਹੋਵੇਗਾ, ਇਹ ਕਿਵੇਂ ਸੱਚ ਵਿੱਚ ਲੀਨ ਹੋਵੇਗਾ। ਇਹ ਪਰਮੇਸ਼ਰ ਵਾਹਿਗੁਰੂ ਵਿੱਚ ਅਭੇਦ ਨਹੀਂ ਹੋ ਸਕਦਾ, ਸੱਚ ਵਿੱਚ ਲੀਨ ਨਹੀਂ ਹੋ ਸਕਦਾ ਨਾਮ ਜਪੇ ਤੋਂ ਬਿਨਾ। ਸੱਚ ਵਿੱਚ ਲੀਨ ਹੋਣ ਵਾਸਤੇ ਇਸ ਨੂੰ ਗੁਰੂ ਕੀ ਸਿੱਖਿਆ ਲੈ ਕੇ, ਗੁਰੂ ਕੀ ਸ਼ਰਨ ਵਿੱਚ ਪੈ ਕੇ, ਗੁਰੂ ਦਾ ਬਖਸ਼ਿਆ ਹੋਇਆ ਨਾਮ ਜਪਣਾ ਚਾਹੀਦਾ। ਫਿਰ ਵਾਹਿਗੁਰੂ ਵਿੱਚ ਇਹ ਅਭੇਦ ਹੋਵੇਗਾ ਗੁਰੂ ਕੀ ਕਿਰਪਾ ਨਾਲ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਬਿਨ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ। ਨਾਨਕ ਬਿਨ ਨਾਵੇ ਕਿਉ ਸਾਚ ਸਮਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਆਰੰਭਤਾ ਤੋਂ ਪਹਿਲਾਂ 1-2 ਮਿੰਟ ਵਾਸਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ, ਗੁਰੂ ਸਾਹਿਬ ਜੀ ਦੀ ਪਵਿੱਤਰ ਅਵਸਥਾ ਜਿਸ ਵਿੱਚ ਮਹਾਰਾਜ ਨੇ ਆਪ ਦਰਸਾਈ ਹੈ, ਉਹ ਸਭ ਮਾਈ ਭਾਈ ਹਾਜ਼ਰੀ ਲਾਓ ਜੀ। ਮਹਾਰਾਜ ਸਾਹਿਬ ਜੀ ਦਾ ਕੱਲ ਨੂੰ ਸ਼ਹੀਦੀ ਦਿਹਾੜਾ ਹੈ। ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਹੋਇਆ ਇਹ ਪਵਿੱਤਰ ਪੰਕਤੀਆਂ ਸਾਰੇ ਹਾਜ਼ਰੀ ਲਾਓ। ਬਿਸਰ ਗਈ ਸਭ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ। ਬਿਸਰ ਗਈ ਸਭ ਤਾਤ ਪਰਾਈ। ਬਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹਿ ਪਾਈ, ਜਬ ਤੇ ਸਾਧ ਸੰਗਤ ਮੋਹਿ ਪਾਈ।
ਸਾਧ ਸੰਗਤ ਮੋਹਿ ਪਾਈ, ਜਪ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬਿਗਾਨਾ, ਨਾ ਕੋ ਬੈਰੀ ਨਹੀਂ ਬਿਗਾਨਾ। ਨਾ ਕੋ ਬੈਰੀ ਨਹੀਂ ਬਿਗਾਨਾ, ਨਾ ਕੋ ਬੈਰੀ ਨਹੀਂ ਬਿਗਾਨਾ। ਸਗਲ ਸੰਗ ਹਮ ਕਾ ਬਨ ਆਏ, ਸਗਲ ਸੰਗ ਹਮ ਕਾ ਬਨ ਆਏ। ਸਗਲ ਸੰਗ ਹਮ ਕਾ ਬਨ ਆਏ, ਸਗਲ ਸੰਗ ਹਮ ਕਾ ਬਨ ਆਏ। ਜੋ ਪ੍ਰਭ ਕੀਨੋ ਸੋ ਪਾਲ ਮਾਨਿਓ, ਜੋ ਪ੍ਰਭ ਕੀਨੋ ਸੋ ਪਾਲ ਮਾਨਿਓ। ਜੋ ਪ੍ਰਭ ਕੀਨੋ ਸੋ ਪਾਲ ਮਾਨਿਓ, ਜੋ ਪ੍ਰਭ ਕੀਨੋ ਸੋ ਪਾਲ ਮਾਨਿਓ। ਇਹ ਸੁਮਤ ਸਾਧੂ ਤੇ ਪਾਏ, ਇਹ ਸੁਮਤ ਸਾਧੂ ਤੇ ਪਾਏ। ਇਹ ਸੁਮਤ ਸਾਧੂ ਤੇ ਪਾਈ, ਇਹ ਸੁਮਤ ਸਾਧੂ ਤੇ ਪਾਈ। ਇਹ ਸੁਮਤ ਸਾਧੂ ਤੇ ਪਾਏ, ਇਹ ਸੁਮਤ ਸਾਧੂ ਤੇ ਪਾਏ। ਇਹ ਸੁਮਤ ਸਾਧੂ ਤੇ ਪਾਈ, ਇਹ ਸੁਮਤ ਸਾਧੂ ਤੇ ਪਾਈ। ਸਭ ਮਹਿਰਵ ਰਹਿਆ ਪ੍ਰਭ ਏਕ, ਸਭ ਮਹਿਰਵ ਰਹਿਆ ਪ੍ਰਭ ਏਕ। ਸਭ ਮਹਿਰਵ ਰਹਿਆ ਪ੍ਰਭ ਏਕ, ਸਭ ਮਹਿਰਵ ਰਹਿਆ ਪ੍ਰਭ ਏਕ। ਵੇਖ ਵੇਖ ਨਾਨਕ ਬਿਗਸਾਏ, ਵੇਖ ਵੇਖ ਨਾਨਕ ਬਿਗਸਾਏ। ਵੇਖ ਵੇਖ ਨਾਨਕ ਬਿਗਸਾਈ, ਵੇਖ ਵੇਖ ਨਾਨਕ ਬਿਗਸਾਈ। ਬਿਸਰ ਗਏ ਸਭ ਤਾਤ ਪਰਾਏ, ਜਬ ਤੇ ਸਾਧ ਸੰਗਤ ਮੋਹਿ ਪਾਏ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਅਵਸਥਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹੈ। ਗਰੀਬ ਨਵਾਜ ਕਹਿੰਦੇ ਜਦੋਂ ਦੀ ਸਾਧ ਸੰਗਤ ਪ੍ਰਾਪਤ ਕੀਤੀ ਹੈ ਨਾ, ਸਾਰੀ ਪਰਾਈ ਈਰਖਾ ਭੁੱਲ ਹੀ ਗਈ। ਅਸੀਂ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ, ਕਿਸੇ ਵੱਲੇ ਵੇਖ ਕੇ ਸਾਡਾ ਅੰਦਰ ਤਪਦਾ ਹੀ ਨਹੀਂ ਗਾ। ਮਹਾਰਾਜ ਕਹਿੰਦੇ ਸਾਡਾ ਅੰਦਰ ਠੰਡਾ ਹੀ ਹੋ ਗਿਆ। ਮਹਾਰਾਜ ਸਾਹਿਬ ਜੀ ਇੰਨੇ ਠੰਡੇ ਆ, ਗੁਰੂ ਸਾਹਿਬ ਜੀ ਨੂੰ ਤਪਾਉਣ ਦਾ ਬੜਾ ਯਤਨ ਕੀਤਾ ਦੁਸ਼ਟਾਂ ਦੁਖੀਆਂ ਨੇ, ਜ਼ਾਲਮਾਂ ਨੇ, ਪਰ ਮਹਾਰਾਜ ਸਾਹਿਬ ਜੀ ਨੂੰ ਨਹੀਂ ਤਪਾ ਸਕੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਣ। ਸਾਰਿਆਂ ਨੂੰ ਹੀ ਆਪਣੇ ਮਿੱਤਰ ਬਣਾਉਣ ਵਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।